ਸਤਿਨਾਮ। ਧੰਨ ਵਾਹਿਗੁਰੂ ਜੀ। ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ। ਜਬ ਗੁਰ ਬੋਲੇ ਹੈ ਤਬ ਬਿਸਮ ਹੋਇ ਜਾਏ। ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ। ਜੈਸੇ ਹਮ ਸਤਿਗੁਰ ਰਾਖ ਲੀਏ ਛੁਡਾਏ। ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ। ਤੂੰ ਗੁਰ ਬੰਦਪ ਮੇਰਾ ਸਖਾ ਸਖਾਏ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ ਨੂਰ ਅਰਸ਼ੋਂ ਕੁਰਸੋਂ ਝਟਿਐ। ਤੁਧ ਡਿਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ। ਸਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵਿਸਾਹੋ। ਸਤਿਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਤੀਜਾ। ਰਸਨਾ ਹਰ ਸਾਧ ਲਗੀ ਸਹਿਜ ਸੁਭਾਏ। ਮਨ ਤ੍ਰਿਪਤਿਆ ਹਰ ਨਾਮ ਧਿਆਏ। ਰਸਨਾ ਹਰ ਸਾਧ ਲਗੀ ਸਹਿਜ ਸੁਭਾਏ। ਮਨ ਤ੍ਰਿਪਤਿਆ ਹਰ ਨਾਮ ਧਿਆਏ। ਸਦਾ ਸੁਖ ਸਾਚੈ ਸ਼ਬਦ ਵਿਚਾਰੀ। ਆਪਣੇ ਸਤਿਗੁਰ ਵਿਟਹੁ ਸਦਾ ਬਲਿਹਾਰੀ। ਰਹਾਉ ਅਖੀ ਸੰਤੋਖੀਆਂ ਏਕ ਲਿਵ ਲਾਏ। ਮਨ ਸੰਤੋਖਿਆ ਦੂਜਾ ਭਾਉ ਗਵਾਏ। ਦੇਹ ਸਰੀਰ ਸੁਖ ਹੋਵੈ ਸ਼ਬਦ ਹਰ ਨਾਏ। ਨਾਮ ਪਰਮਲ ਹਿਰਦੈ ਰਹਿਆ ਸਮਾਏ। ਨਾਨਕ ਮਸਤਕ ਜਿਸ ਵੱਡ ਭਾਗ ਗੁਰ ਕੀ ਬਾਣੀ ਸਹਿਜ ਬੈਰਾਗ।
ਨਾਨਕ ਮਸਤਕ ਜਿਸ ਵੱਡ ਭਾਗ। ਗੁਰ ਕੀ ਬਾਣੀ ਸਹਿਜ ਬੈਰਾਗ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਤਖਤ ਚਵਰ ਛਤਰ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅੰਮ੍ਰਿਤ ਵੇਲੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਅਸਥਾਨ ਡਿੱਠੇ ਸਭੇ ਥਾਵ ਨਹੀਂ ਤੁਧ ਜੇਹਿਆ। ਬੱਧੋਂ ਪੁਰਖ ਵਿਦਾਤੇ ਤਾਂ ਤੂੰ ਸੋਹਿਆ। ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ ਹਰਹਾ ਨਾਨਕ ਕਸਮਲ ਜਾਏ ਨਾਏ ਰਾਮਦਾਸ ਸਰ। ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਦੇ ਮੁਬਾਰਕ ਅਜ਼ੀਮ ਪਵਿੱਤਰ ਅਸਥਾਨ ਤੋਂ ਅੰਮ੍ਰਿਤ ਵੇਲੇ ਜੋ ਪਾਵਨ ਬਚਨ ਹੁਕਮ ਰੂਪ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕੀਤੇ ਹਨ, ਅੱਜ ਦੇ ਇਹ ਪਾਵਨ ਬਚਨ ਧੰਨ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ ਉਹਨਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਹੋਏ ਰਾਗ ਵਡਹੰਸ ਦੇ ਅੰਦਰ ਦਰਜ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅੰਗ 560 ਦੇ ਉੱਪਰ ਅੱਜ ਦੇ ਬਚਨ ਸਤਿਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕੀਤੇ ਹਨ। ਆਓ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ ਆਪ ਸੰਗਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਬੈਠ ਕਰਕੇ ਤੇ ਟੀਵੀ ਦੇ ਮਾਧਿਅਮ ਰਾਹੀਂ ਦੇਸ਼ ਵਿਦੇਸ਼ ਦੇ ਵਿੱਚ ਬੈਠ ਕੇ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਆਏ ਹੋਏ ਹੁਕਮ ਦੀ ਵਿਚਾਰ ਸਰਵਨ ਕਰ ਰਹੇ ਹੋ। ਅਸੀਸ ਬਖਸ਼ੋ। ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਆਓ, ਹਾਜ਼ਰੀ ਲਵਾਓ। ਅਦ ਪਿਆਰ ਸਤਿਕਾਰ ਸਹਿਤ ਰਸਨਾ ਕਰੋ ਪਵਿੱਤਰ। ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਾਰੇ ਕਰੋ ਜੀ ਕਿਰਪਾ। ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਤੀਜਾ। ਰਾਗ ਵਡਹੰਸ ਹੈ ਤੇ ਮਹੱਲੇ ਤੀਜੇ ਤੋਂ ਭਾਵ ਕਿ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਰਸਨਾ ਤੋਂ ਉਚਾਰੇ ਹੋਏ ਬਚਨ ਹਨ। ਰਸਨਾ ਹਰ ਸਾਧ ਲਗੀ ਸਹਿਜ ਸੁਭਾਏ। ਜਗਤ ਦੇ ਵਿੱਚ ਜਦੋਂ ਅਸੀਂ ਸੰਸਾਰੀ ਦੀ ਅਵਸਥਾ ਦੇਖਦੇ ਹਾਂ ਤੇ ਸੰਸਾਰੀ ਦੀ ਅਵਸਥਾ ਹੈ ਕਿ ਉਹ ਚਾਹੁੰਦਾ ਹੈ ਕਿ ਜੋ ਵੀ ਮੇਰੇ ਕੋਲ ਨਹੀਂ ਹੈ ਉਹ ਮੈਨੂੰ ਪ੍ਰਾਪਤ ਹੋ ਜਾਵੇ। ਉਹਦੇ ਵਾਸਤੇ ਫਿਰ ਇਹਦੀਆਂ ਖਾਹਿਸ਼ਾਂ ਦਾ, ਇਹਦੀਆਂ ਇੱਛਾ ਦਾ ਇੱਕ ਪ੍ਰਵਾਹ ਚੱਲਣਾ ਸ਼ੁਰੂ ਹੋ ਜਾਂਦਾ ਹੈ। ਇੱਕ ਇੱਛਾ ਪੂਰੀ ਹੋਣ ਤੋਂ ਬਾਅਦ ਵਿੱਚ ਦੂਸਰੀ ਇੱਛਾ ਜਿਹੜੀ ਹੈ ਉਹ ਆ ਕੇ ਅੱਗੇ ਸਾਹਮਣੇ ਖੜੀ ਹੋ ਜਾਂਦੀ ਹੈ। ਸਾਰੀ ਜ਼ਿੰਦਗੀ ਇਸੇ ਹੀ ਤਰ੍ਹਾਂ ਚੱਲਦੀ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੋ ਮੰਗੇ ਸੋ ਮੰਗੇ ਬੀਆ। ਬੀਆ ਦੇ ਅਰਥ ਕਹਿੰਦੇ ਨੇ ਵਿਦਵਾਨ ਕਿ ਹੋਰ। ਜੋ ਕੋਲ ਹੈ ਉਹ ਦਿਖਾਈ ਨਹੀਂ ਦੇ ਰਿਹਾ, ਜੋ ਨਹੀਂ ਹੈ ਉਹਦੇ ਵਾਸਤੇ ਹਰ ਵੇਲੇ ਮਨ ਦੇ ਵਿੱਚ ਚੱਲਦਾ ਹੈ ਕਿ ਮੈਨੂੰ ਆ ਵੀ ਮਿਲ ਜਾਏ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇਹ ਸੰਸਾਰੀ ਦੀ ਹਾਲਤ ਹੈ। ਸੰਸਾਰੀ ਦੀ ਜ਼ੁਬਾਨ ਜਿਹੜੀ ਹੈ ਉਹ ਕਦੀ ਰੱਜਦੀ ਨਹੀਂ, ਨਾ ਤੇ ਉਹ ਸਵਾਦਾਂ ਵੱਲੋਂ ਰੱਜਦੀ ਹੈ ਤੇ ਨਾ ਉਹ ਮੰਗਣ ਲੱਗਿਆਂ ਰੱਜਦੀ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਬਾਣੀ ਦੇ ਵਿੱਚ ਕਿਰਪਾ ਕਰਦੇ ਨੇ। ਸਤਿਗੁਰੂ ਮਹਾਰਾਜ ਆਖਦੇ ਨੇ ਕਿ ਮਾਨਕ ਕੋ ਜਾਚਤ ਸ਼ਰਮ ਪਾਈਏ ਪ੍ਰਭ ਕੇ ਸਿਮਰਨ ਮੋਖ। ਜਿੰਦੇ ਸੰਸਾਰੀ ਤੋਂ ਤੁਸੀਂ ਮੰਗੋਗੇ ਉਹ ਕੱਲ ਨੂੰ ਇੱਛਾ ਰੱਖੇਗਾ ਕਿ ਮੈਨੂੰ ਵਾਪਸ ਕਦੋਂ ਦੇਵੇਗਾ।
ਪਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਜਿੰਦੀ ਰਸਨਾ ਨਾਮ ਦੇ ਵਿੱਚ ਰੰਗੀ ਜਾਂਦੀ ਹੈ, ਜਿੰਦੇ ਹਿਰਦੇ ਵਿੱਚ ਨਾਮ ਟਿਕ ਜਾਂਦਾ ਹੈ, ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਕਿ ਉਹ ਅੰਦਰੋਂ ਤ੍ਰਿਪਤ ਹੋ ਜਾਂਦਾ ਹੈ। ਉਹਦੀ ਰਸਨਾ ਦੇ ਵਿੱਚੋਂ ਮੰਗਾਂ ਹੀ ਮੁੱਕ ਜਾਂਦੀਆਂ ਨੇ, ਉਹਨੂੰ ਮੰਗਣ ਦੀ ਲੋੜ ਨਹੀਂ ਪੈਂਦੀ, ਕਿਉਂਕਿ ਉਹਦੇ ਮਨ ਦੇ ਵਿੱਚ ਫਿਰ ਇੱਕ ਹੀ ਇੱਛਾ ਹੁੰਦੀ ਹੈ ਕਿ ਹੇ ਪਰਮਾਤਮਾ ਕਿਹੜਾ ਸਮਾਂ ਹੋਵੇ ਕਿ ਮੈਂ ਤੇਰੇ ਵਿੱਚ ਅਭੇਦ ਹੋ ਸਕਾਂ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਨੇ, ਜਾਂ ਇਸ ਤਰ੍ਹਾਂ ਕਹਿ ਲਓ ਕਿ ਸੱਚਮੁੱਚ ਜਿਹੜਾ ਗੁਰਮੁਖ ਹੈ ਉਹਦੇ ਮਨ ਦੀ ਉਹ ਅਵਸਥਾ ਹੈ। ਇਹਦੇ ਸ਼ਬਦ ਦੇ ਵਿੱਚ ਅੱਜ ਜੋ ਸਤਿਗੁਰੂ ਮਹਾਰਾਜ ਜੀ ਨੇ ਹੁਕਮ ਬਖਸ਼ਿਆ, ਇਹਦੇ ਵਿੱਚ ਸਤਿਗੁਰੂ ਮਹਾਰਾਜ ਨੇ ਜੋ ਗੁਰਮੁਖ ਦਾ ਜੀਵਨ ਹੈ ਉਹਦੀ ਸਤਿਗੁਰੂ ਮਹਾਰਾਜ ਜੀ ਗੱਲ ਕਰਦੇ ਆ। ਹੁਣ ਦੇਖੋ ਸੰਸਾਰ ਦੇ ਵਿੱਚ ਜਿੱਥੇ ਮਨੁੱਖ ਰਹਿੰਦਾ ਪਿਆ ਹੈ ਉੱਥੇ ਪਸ਼ੂ ਤੇ ਪੰਛੀ ਵੀ ਰਹਿੰਦੇ ਨੇ, ਪਸ਼ੂ ਵੀ ਹੈ, ਪੰਛੀ ਵੀ ਹੈ। ਤੇ ਦੇਖੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਿਹੜੇ ਗਿਆਨ ਇੰਦਰੇ ਤੇ ਕਰਮ ਇੰਦਰੇ ਨੇ, ਜਿਨ੍ਹਾਂ ਦਾ ਕੰਮ ਹੈ ਕਿ ਨਾਸਕਾ ਦਾ ਕੰਮ ਹੈ, ਇਹਨੇ ਸੁੰਘਣਾ ਹੈ, ਸੁਗੰਧੀ ਦੁਰਗੰਧੀ ਦੇ ਇਹ ਅਭਾਵ ਨੂੰ ਅੰਦਰ ਲੈਂਦੀ ਹੈ। ਜੀਭਾ ਮੂੰਹ ਦਾ ਕੰਮ ਹੈ ਕਿ ਇਹਨੇ ਸਵਾਦ ਨੂੰ ਮੰਨਣਾ ਹੈ। ਅੱਖਾਂ ਦਾ ਕੰਮ ਹੈ ਕਿ ਇਹਨੇ ਦੇਖਣਾ ਹੈ। ਕੰਨਾਂ ਦਾ ਕੰਮ ਹੈ ਕਿ ਇਹਨੇ ਸਰੋਤ ਨੂੰ ਸੁਣਨਾ ਹੈ। ਤੇ ਖੱਲੜੀ ਦਾ ਕੰਮ ਹੈ ਇਹਨੇ ਸਪਰਸ਼ ਨੂੰ ਮਹਿਸੂਸ ਕਰਨਾ। ਹੁਣ ਦੇਖੋ ਜਾਨਵਰ ਪਸ਼ੂ ਨੇ ਬਹੁਤ ਵੱਡੇ ਵੱਡੇ ਕੰਨ ਲੱਗੇ ਨੇ, ਹਾਥੀ ਦੇ ਕੰਨ ਦੇਖੋ, ਬਲਦ ਦੇ, ਗਾਂ ਦੇ, ਇਹਨਾਂ ਦੇ ਕੰਨ ਦੇਖੋ ਬਹੁਤ ਵੱਡੇ ਨੇ, ਸਾਡੇ ਕੰਨਾਂ ਤੋਂ ਵੀ ਵੱਡੇ ਇਹਨਾਂ ਨੂੰ ਕੰਨ ਲੱਗੇ ਹੋਏ ਨੇ। ਪਰ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਇਨਸਾਨ ਨੂੰ ਬਾਰ-ਬਾਰ ਸਮਝਾਉਣਾ ਕਰਦੇ ਆ ਕਿ ਹੇ ਇਨਸਾਨ ਦੇਖ, ਤੈਨੂੰ ਪਰਮਾਤਮਾ ਨੇ ਜੀਭ ਦਿੱਤੀ, ਕੰਨ ਦਿੱਤੇ, ਅੱਖਾਂ ਦਿੱਤੀਆਂ, ਤੈਨੂੰ ਨਾਸਕਾ ਦਿੱਤੀ, ਤੈਨੂੰ ਜੀਭ ਨਾਲ ਬੋਲਣ ਦੀ ਸਮਰੱਥਾ ਸਤਿਗੁਰੂ ਮਹਾਰਾਜ ਨੇ ਦੇ ਦਿੱਤੀ ਹੈ। ਹੁਣ ਤੂੰ ਇਸ ਜੀਭਾ ਦੀ ਵਰਤੋਂ ਕਰਨੀ ਹੈ ਕਿ ਦੁਰਵਰਤੋਂ ਕਰਨੀ ਹੈ। ਹੁਣ ਤੂੰ ਇਹਨੂੰ ਸਿੱਧੇ ਪਾਸੇ ਲਾਉਣਾ ਹੈ ਕਿ ਇਹਨੂੰ ਉਲਟ ਦਿਸ਼ਾ ਵੱਲ ਲੈ ਕੇ ਜਾਣਾ। ਹੁਣ ਦੇਖੋ ਡਾਕਟਰ ਜਿਹੜੇ ਨੇ ਉਹ ਸਰੀਰ ਦਾ ਕੋਈ ਅੰਗ ਖਰਾਬ ਹੋ ਜਾਏ ਤੇ ਉਹਨੂੰ ਬਦਲ ਦਿੰਦੇ ਨੇ, ਅੰਗ ਬਦਲਦੇ ਨੇ। ਪਰ ਗੁਰੂ ਜਿਹੜਾ ਵੈਦ ਹੈ, ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੇ, ਕਾਟੇ ਜਮ ਕੀ ਫੰਦਾ। ਸਤਿਗੁਰੂ ਮਹਾਰਾਜ ਅੱਖਾਂ ਨਹੀਂ ਬਦਲਦੇ, ਅੱਖਾਂ ਦੀ ਦ੍ਰਿਸ਼ਟੀ ਬਦਲਦੇ ਨੇ। ਸਤਿਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਆਉਂਦੇ ਹੋ, ਸੰਗਤ ਕਰਦੇ ਹੋ, ਕਥਾ ਕੀਰਤਨ ਸਰਵਣ ਕਰਦੇ ਹੋ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕੰਨ ਨਹੀਂ ਬਦਲਦੇ, ਕੰਨਾਂ ਦੀ ਸਰੋਤ ਤਬਦੀਲ ਕਰ ਦਿੰਦੇ ਆ। ਉਹੀ ਕੰਨ ਸੀ ਜਿਹੜੇ ਪਹਿਲੋਂ ਨਿੰਦਿਆ ਤੇ ਚੁਗਲੀ ਸੁਣਦੇ ਸੀ, ਉਹੀ ਅੱਖਾਂ ਸੀ ਜਿਹੜਾ ਪਰਾਏ ਰੂਪ ਨੂੰ ਤੱਕ ਕੇ ਖੁਸ਼ ਹੁੰਦੀਆਂ ਸੀ, ਉਹੀ ਜੀਭ ਸੀ ਜਿਹੜੀ ਪਹਿਲੋਂ ਨਿੰਦਿਆ ਤੇ ਚੁਗਲੀ ਕਰਕੇ ਖੁਸ਼ ਹੁੰਦੀ ਸੀ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਹੁਣ ਉਹੀ ਰਸਨਾ ਹੈ ਜਿਹੜੀ ਨਾਮ ਜਪਦਿਆਂ ਹੋਇਆਂ ਵੀ ਥੱਕਦੀ ਨਹੀਂ। ਉਹੀ ਨੇਤਰ ਨੇ ਜਿਹੜੇ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਦੇ ਨਹੀਂ ਥੱਕਦੇ। ਉਹੀ ਸਰਵਣ ਨੇ ਜਿਨ੍ਹਾਂ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਕੀਰਤਨ, ਉਹਦੀ ਬਾਣੀ ਸੁਣਦਿਆਂ ਹੁਣ ਕੰਨ ਰੱਜਦੇ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਗੁਰਮੁਖ ਦੀ ਮਰਿਆਦਾ ਦੱਸਦੇ ਨੇ। ਗੁਰਮੁਖ ਦੀ ਮਰਿਆਦਾ ਕੀ ਹੈ, ਉਹਦਾ ਜੀਵਨ ਕਿਵੇਂ ਦਾ ਹੋਣਾ ਚਾਹੀਦਾ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਨੇ ਕਿ ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰੂ ਨਾਉ। ਸ਼ਬਦ ਤੁਹਾਨੂੰ ਸਾਰਿਆਂ ਨੂੰ ਯਾਦ ਹੋਵੇਗਾ ਕਿ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਅੰਤਰ ਗੁਰ ਆਰਾਧਨਾ, ਹਿਰਦੇ ਦੇ ਵਿੱਚ ਗੁਰੂ ਗੁਰੂ ਜਪਣਾ ਸ਼ੁਰੂ ਕਰ। ਜਿਹੜੇ ਕਹਿੰਦੇ ਨੇ ਕਿ ਆ ਬਾਰ-ਬਾਰ ਦਾ ਜਪਣਾ ਤੋਤਾ ਡਟਣ ਹੋ ਜਾਂਦਾ ਹੈ, ਉਹਨਾਂ ਨੂੰ ਕੀ ਪਤਾ ਕਿ ਸੱਚੀ ਮੁੱਚੀ ਨਾਮ ਜਪਿਆਂ ਹੀ ਹਿਰਦਾ ਪਵਿੱਤਰ ਹੁੰਦਾ ਹੈ। ਅਸੀਂ ਸਵਾਸ ਵੀ ਤਾਂ ਬਾਰ-ਬਾਰ ਲੈਂਦੇ ਆ ਨਾ, ਇਹ ਕਿਉਂ ਨਹੀਂ ਛੱਡ ਦਿੰਦੇ? ਅਸੀਂ ਭੋਜਨ ਸਵੇਰੇ ਖਾਂਦੇ ਆ, ਦੁਪਹਿਰ ਨੂੰ ਫਿਰ ਤਿਆਰੀ ਤੇ ਰਾਤ ਨੂੰ ਫਿਰ ਤਿਆਰੀ ਹੋ ਜਾਂਦੀ ਹੈ। ਇਹ ਰੈਪੂਟੇਸ਼ਨ ਜਿਹੜੀ ਹੈ, ਬਾਰ-ਬਾਰ ਦੀ ਪੁਨਰੁਕਤੀ ਜਿਹੜੀ ਹੈ, ਇਹ ਜੀਵਨ ਦੇ ਵਿੱਚ ਜ਼ਰੂਰੀ ਹੈ। ਤੇ ਨਾਮ ਜਿਹੜਾ ਹੈ, ਜਿਉਂ-ਜਿਉਂ ਨਾਮ ਜਪੋਗੇ, ਅੰਤਰ ਗੁਰ ਆਰਾਧਨਾ। ਦੇਖੋ ਭਾਂਡੇ ਦੇ ਵਿੱਚ ਜਿਹੜੀ ਵਸਤੂ ਹੋਏਗੀ ਉਹੀ ਭਾਂਡੇ ਚੋਂ ਬਾਹਰ ਨਿਕਲੇਗੀ, ਦੂਸਰੀ ਨਹੀਂ ਨਿਕਲ ਸਕਦੀ। ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਜੋ ਪਾਵੇਂ ਭਾਂਡੇ ਵਿੱਚ ਵਸਤ ਸਾਹ ਨਿਕਲੇ, ਜਿਹੜੀ ਵਸਤੂ ਪਾਈ ਹੈ ਉਹੀ ਬਾਹਰ ਨਿਕਲੇਗੀ। ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਪਏ ਨੇ ਕਿ ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰੂ ਨਾਉ। ਜੇ ਹਿਰਦੇ ਵਿੱਚ ਗੁਰੂ ਟਿਕ ਜਾਏਗਾ ਤੇ ਜੀਵਾ ਦੇ ਵਿੱਚੋਂ ਵੀ ਪਰਮਾਤਮਾ ਦਾ ਹੀ ਨਾਮ ਨਿਕਲੇਗਾ, ਨਾ ਕਿ ਕਿਸੇ ਸੰਸਾਰੀ ਦੀ ਨਿੰਦਿਆ ਜਾਂ ਉਸਤਤ ਨਿਕਲੇਗੀ। ਜਿਹਵਾ ਜਪ ਗੁਰੂ ਨਾਉ, ਨੇਤਰੀ ਸਤਿਗੁਰ ਪੇਖਣਾ, ਇਹ ਗੁਰਮੁਖ ਦੀ ਰਹਿਣੀ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਅੱਖਾਂ ਦੇ ਨਾਲ ਫਿਰ ਗੁਰੂ ਦਿਖਦਾ ਹੈ। ਜਿੱਧਰ ਵੀ ਨਿਗਾਹ ਮਾਰੋ
ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇਹ ਵਿਸ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਨੇਤਰੀ ਸਤਿਗੁਰ ਪਿਖਣਾ ਸ਼ਰਵਣੀ ਸੁਣਨਾ ਗੁਰਨਾਉ, ਕੰਨਾਂ ਦੇ ਨਾਲ ਪਰਮਾਤਮਾ ਦੀ ਵਡਿਆਈ ਨੂੰ ਸੁਣਨਾ। ਅੱਜ ਸਤਿਗੁਰੂ ਮਹਾਰਾਜ ਕਹਿੰਦੇ ਨੇ ਰਸਨਾ ਹਰ ਸਾਧ ਲੱਗੀ ਸਹਿਜ ਸੁਭਾਏ। ਤੇ ਗੁਰੂ ਅਮਰਦਾਸ ਮਹਾਰਾਜ ਜੀ ਦਾ ਅੱਜ ਹੁਕਮ ਹੈ ਤੇ ਮਹਾਰਾਜ ਜੀ ਦੀ ਬਾਣੀ ਆਨੰਦ ਸਾਹਿਬ ਜੀ ਦੀ ਬਾਣੀ ਦੇ ਵਿੱਚ ਸਤਿਗੁਰੂ ਮਹਾਰਾਜ ਨੇ ਦੇਖੋ ਹਰ ਸਰੀਰਕ ਇੰਦਰੀ ਦਾ ਆਪਣਾ ਆਪਣਾ ਕਰਮ ਹੈ ਤੇ ਜੇਕਰ ਅਸੀਂ ਉਹਨੂੰ ਸਿੱਧੇ ਪਾਸੇ ਨਹੀਂ ਲਾਉਂਦੇ ਉਹ ਤਾਂ ਦੇਖੋ ਪਸ਼ੂਆਂ ਨੂੰ ਵੀ ਫਿਰ ਕੰਨ ਮਿਲ ਗਏ, ਹੱਥ ਮਿਲ ਗਏ, ਉਹਨਾਂ ਨੂੰ ਨਾਸਕਾ ਮਿਲ ਗਈ, ਉਹਨਾਂ ਨੂੰ ਮੂੰਹ ਮਿਲ ਗਿਆ, ਪਰ ਦੇਖੋ ਉਹਨਾਂ ਨੇ ਵੀ ਤਾਂ ਸਿੱਧੇ ਪਾਸੇ ਨਹੀਂ ਨਾ ਲਾਏ। ਸਤਿਗੁਰੂ ਮਹਾਰਾਜ ਜੀ ਨੇ ਅੱਖਾਂ ਦਿੱਤੀਆਂ ਨੇ ਪਰ ਵਰਤੋਂ ਅਸੀਂ ਕਰਨੀ ਆ ਕਿ ਇਹਨਾਂ ਦੀ ਵਰਤੋਂ ਜਿਹੜੀ ਹੈ ਉਹ ਚੰਗੇ ਤਰੀਕੇ ਨਾਲ ਹੋ ਰਹੀ ਆ ਕਿ ਮਾੜੇ ਤਰੀਕੇ ਨਾਲ ਹੋ ਰਹੀ ਆ। ਕੰਨ ਦਿੱਤੇ ਨੇ, ਕੰਨਾਂ ਦੀ ਵਰਤੋਂ ਸਤਿਗੁਰੂ ਮਹਾਰਾਜ ਨੇ ਸਾਨੂੰ ਆਜ਼ਾਦੀ ਦੇ ਦਿੱਤੀ ਇਸ ਗੱਲ ਦੀ। ਹਜ਼ਰਤ ਮੁਹੰਮਦ ਸਾਹਿਬ ਤੋਂ ਇੱਕ ਵਾਰੀ ਉਹਨਾਂ ਦਾ ਦੋਤਾ ਹਜ਼ਰਤ ਅਲੀ ਉਹਨੇ ਸਵਾਲ ਕੀਤਾ ਸੀ, ਕਹਿਣ ਲੱਗੇ ਮੁਹੰਮਦ ਸਾਹਿਬ ਸਾਰਾ ਕੁਝ ਖੁਦਾ ਕਰਦਾ ਹੈ ਕਿ ਕੁਝ ਅਸੀਂ ਵੀ ਕਰਦੇ ਹਾਂ। ਉਹਨੇ ਕਿਹਾ ਕੀ ਸਵਾਲ ਕੀ ਪੁੱਛਣਾ ਚਾਹੁੰਦਾ ਹੈ? ਉਹ ਕਹਿੰਦੇ ਜਦੋਂ ਅਸੀਂ ਕਰਮ ਕਰਦੇ ਹਾਂ ਕਿ ਉਹ ਕਰਮ ਜਿਹੜਾ ਹੈ ਉਹ ਖੁਦਾ ਸਾਡੇ ਤੋਂ ਕਰਾਉਂਦਾ ਪਿਆ ਕਿ ਅਸੀਂ ਆਪ ਕਰਦੇ ਹਾਂ। ਹਜ਼ਰਤ ਮੁਹੰਮਦ ਸਾਹਿਬ ਨੇ ਕਿਹਾ ਸੀ ਅਲੀ ਤੂੰ ਸਿਆਣਾ ਬਹੁਤ ਹੈ, ਤੈਨੂੰ ਮੈਂ ਤਸ਼ਬੀਹ ਦੇਵਾਂਗਾ, ਤੈਨੂੰ ਤਰਕ ਕਰਕੇ ਸਮਝਾਵਾਂਗਾ, ਤੂੰ ਮੰਨਣਾ ਕੋਈ ਨਹੀਂ। ਉਹ ਕਹਿੰਦੇ ਆ ਆਪਾਂ ਚੱਲਦੇ ਹਾਂ ਬਾਹਰ। ਬਾਹਰ ਆਏ ਤੇ ਉਹਨੂੰ ਕਿਹਾ ਕਿ ਘੋੜੇ ਦੇ ਉੱਤੇ ਸਵਾਰ ਹੋ। ਹੁਣ ਉਹ ਘੋੜੇ ਦੇ ਸਵਾਰ ਹੋਣ ਲੱਗਿਆ, ਉਹਨੇ ਇੱਕ ਪੈਰ ਜਦੋਂ ਤਾਂ ਚੁੱਕਿਆ ਹਜ਼ਰਤ ਮੁਹੰਮਦ ਸਾਹਿਬ ਨੇ ਕਿਹਾ ਕਿ ਹੁਣ ਦੂਸਰਾ ਪੈਰ ਵੀ ਤਾਂ ਚੁੱਕੋ। ਰੋਕ ਲਿਆ ਪਹਿਲਾਂ। ਉਹਨੇ ਕਿਹਾ ਕਿ ਦੂਜਾ ਪੈਰ ਤਾਂ ਚੁੱਕਿਆ ਜਾ ਸਕਦਾ ਹੈ ਜੇ ਪਹਿਲਾ ਪੈਰ ਥੱਲੇ ਰੱਖਾਂਗਾ। ਤੇ ਕਹਿੰਦੇ ਪਹਿਲਾ ਪੈਰ ਤੂੰ ਆਪਣੀ ਮਰਜ਼ੀ ਨਾਲ ਚੁੱਕਿਆ? ਕਹਿੰਦਾ ਹਾਂ ਬਿਲਕੁਲ ਆਪਣੀ ਮਰਜ਼ੀ ਨਾਲ ਚੁੱਕਿਆ। ਕਹਿੰਦੇ ਬਸ ਇਹੀ ਹੁੰਦਾ ਹੈ ਕਿ ਕਰਮ ਜਦੋਂ ਅਸੀਂ ਕਰਦੇ ਹਾਂ ਆਪਣੀ ਮਰਜ਼ੀ ਨਾਲ ਕਰਦੇ ਹਾਂ, ਉਸ ਤੋਂ ਬਾਅਦ ਵਿੱਚ ਫਿਰ ਦੂਜਾ ਪੈਰ ਚੁੱਕਣ ਦੀ ਸਾਡੇ ਕੋਲ ਸਮਰੱਥਾ ਨਹੀਂ ਹੁੰਦੀ। ਜੈਸਾ ਕਰਮ ਕਰਦੇ ਹਾਂ ਤੈਸਾ ਫਲ ਮਿਲ ਜਾਂਦਾ ਹੈ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ। ਕਿ ਹੇ ਜੀਵ ਤੂੰ ਹੋਰ ਸਵਾਦਾਂ ਦੇ ਵਿੱਚ ਲੱਗੀ ਹੋਈ ਹੈ, ਤੈਨੂੰ ਉਹ ਪ੍ਰਮਾਤਮਾ ਦੇ ਸਵਾਦ ਦਾ ਰਸ ਦਾ ਆਨੰਦ ਨਹੀਂ ਆਉਂਦਾ ਪਿਆ, ਤੂੰ ਉਸ ਪਾਸੇ ਤੁਰਦੀ ਨਹੀਂ। ਇਹ ਰਸਨਾ ਤੂੰ ਅਨਰਸ ਰਾਸ ਰਹੀ ਤੇਰੀ ਪਿਆਸ ਨਾ ਜਾਏ। ਪਿਆਸ ਨਾ ਜਾਏ ਹੋਰਤ ਕਿਤੇ ਜਿਚਰ ਹਰ ਰਸ ਪੱਲੇ ਨਾ ਪਾਏ। ਹੁਣ ਦੇਖੋ ਹਰ ਰਸ ਜਿਹੜਾ ਸੀ, ਨਾਮ ਰਸ ਜਿਹੜਾ ਸੀ ਉਹ ਤੇ ਪੱਲੇ ਦੇ ਵਿੱਚ ਨਹੀਂ। ਤੇ ਸਤਿਗੁਰੂ ਮਹਾਰਾਜ ਕਹਿੰਦੇ ਹੁਣ ਤੂੰ ਦਾਅਵੇ ਕਰੇ ਕਿ ਮੇਰੀ ਅੰਦਰ ਦੀ ਪਿਆਸ ਬੁੱਝ ਜਾਏ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਬਿਲਕੁਲ ਨਹੀਂ ਬੁੱਝਣੀ। ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ। ਪਿਆਸ ਨਾ ਜਾਏ ਹੋਰਤ ਕਿਤੇ ਜਿਚਰ ਹਰ ਰਸ ਪੱਲੇ ਨਾ ਪਾਏ। ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੀ ਹੈ। ਤੇ ਜਿਹਨੂੰ ਸਤਿਗੁਰੂ ਮਹਾਰਾਜ ਅੱਜ ਕਹਿੰਦੇ ਨੇ ਰਸਨਾ ਹਰ ਸਾਧ ਲੱਗੀ ਸਹਿਜ ਸੁਭਾਏ। ਜਦੋਂ ਹਰ ਰਸ ਜ਼ੁਬਾਨ ਤੇ ਆ ਕੇ ਟਿਕਦਾ ਹੈ ਤੇ ਸਤਿਗੁਰੂ ਮਹਾਰਾਜ ਕਹਿੰਦੇ ਉਹਦੇ ਵਿੱਚੋਂ ਆਨੰਦ ਆਉਂਦਾ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕਟੀਏ। ਆ ਜੀਭ ਆ ਨਾ ਜਿਹੜੀ ਸਾਰੀ ਇਹ ਸਾਡੀ ਜੀਭ ਜਿਹੜੀ ਹੈ ਇਹ ਜੇਕਰ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨਾਮ ਨਹੀਂ ਜਪਦੀ ਤੇ ਇੱਕ ਸਮਾਂ ਐਸਾ ਆਏਗਾ ਕਿ ਇਹਨੂੰ ਨਿੱਕਾ ਨਿੱਕਾ ਕਰਕੇ ਤਿਲ ਤਿਲ ਕਰਕੇ ਇਹਨੂੰ ਕੱਟਿਆ ਜਾਏਗਾ, ਕਿਉਂਕਿ ਇਹਨੇ ਆਪਣਾ ਕੰਮ ਸਹੀ ਨਹੀਂ ਨਾ ਕੀਤਾ। ਸਤਿਗੁਰੂ ਮਹਾਰਾਜ ਕਹਿੰਦੇ ਨੇ ਕਰਨ ਨਾ ਸੁਨਹੀ ਨਾਦ ਕਰਨ ਮੁੰਦ ਘਾਲਿਆ। ਆ ਕੰਨ ਜਿਹੜੇ ਨੇ ਇਹਨਾਂ ਨਾਲ ਪ੍ਰਮਾਤਮਾ ਦੀ ਬਖਸ਼ਿਸ਼ ਨਹੀਂ ਮਾਨੀ, ਇਹਨਾਂ ਨਾਲ ਗੰਦਨ ਵੈਨ ਸੁਨੇ ਉਰਝਾਵੇਂ ਨਾਮ ਲੈਤ ਅਲਕਾਇਆ। ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਕੰਨਾਂ ਦੇ ਕਰਕੇ ਜਿਨ੍ਹਾਂ ਨਾਲ ਨਾਮ ਨਹੀਂ ਸੁਣਿਆ, ਨਿੰਦਿਆ ਸੁਣੀ, ਚੁਗਲੀ ਸੁਣੀ, ਹਾਸੇ ਸੁਨੇ, ਰੋਣੇ ਸੁਨੇ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇਹ ਕੰਨ ਜਿਹੜੇ ਨੇ ਇਹ ਮੁੰਦ ਦਿੱਤੇ ਜਾਣਗੇ। ਮਨ ਤ੍ਰਿਪਤਿਆ ਹਰ ਨਾਮ ਧਿਆਏ। ਅਸਲ ਦੇ ਵਿੱਚ ਇਸ ਦੇ ਵਿੱਚ ਸਤਿਗੁਰੂ ਮਹਾਰਾਜ ਅੱਜ ਬਖਸ਼ਿਸ਼ ਸ਼ਬਦ ਦੇ ਵਿੱਚ ਕਰਦੇ ਨੇ ਕਿ ਜਿਉਂ-ਜਿਉਂ ਤੁਸੀਂ ਰਸਨਾ ਦੇ ਨਾਲ ਨਾਮ ਜਪੋਗੇ ਮਨ ਜਿਹੜਾ ਹੈ ਇਹ ਤ੍ਰਿਪਤ ਹੁੰਦਾ ਹੈ ਤੇ ਮਨ ਦੀ ਜਿਹੜੀ ਮੰਜ਼ਿਲ ਹੈ ਉਹ ਪਰਮਾਤਮਾ ਹੈ। ਮਨ ਦੀ ਜਿਹੜੀ ਮੰਜ਼ਿਲ ਹੈ ਉਹ ਬਾਣੀ ਦਾ ਰੂਪ ਹੋ ਜਾਣਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਮਨ ਤ੍ਰਿਪਤਿਆ ਹਰ ਨਾਮ ਧਿਆਏ। ਮਹਾਰਾਜ ਕਹਿੰਦੇ ਮਨ ਨੂੰ ਜੋ ਮਰਜ਼ੀ ਤੁਸੀਂ ਦੇਈ ਜਾਓ। ਇੱਥੋਂ ਤੱਕ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਕਿ ਅੱਖੀਂ ਦੇਖਣਾ ਰੱਜੀਆਂ ਬਹੁ ਰੰਗ ਤਮਾਸ਼ੇ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨਾ ਅੱਖਾਂ ਰੱਜੀਆਂ ਨਾ ਮਨ ਰੱਜਿਆ। ਆ ਸਾਰੀ ਉਮਰ ਬੰਦਾ ਦੇਖਦਾ ਹੈ ਨਾ
ਤੇ ਜਦੋਂ ਰੌਸ਼ਨੀ ਘਟ ਜਾਂਦੀ ਫਿਰ ਅੱਖਾਂ ਤੇ ਐਨਕ ਲਾਉਂਦਾ ਹੈ। ਜੇ ਅੱਖ ਚਲੀ ਜਾਏ ਤਾਂ ਡਾਕਟਰ ਕੋਲ ਜਾ ਕੇ ਕਹਿੰਦਾ ਹੈ ਕਿ ਮੇਰੀ ਅੱਖ ਬਦਲ ਦਿਓ, ਅਜੇ ਮੈਂ ਰੱਜਿਆ ਨਹੀਂ ਸੰਸਾਰ ਨੂੰ ਦੇਖ ਕੇ। ਸਤਿਗੁਰ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਮਨ ਤ੍ਰਿਪਤਿਆ। ਤ੍ਰਿਪਤਿਆ ਦੇ ਅਰਥ ਹੁੰਦੇ ਨੇ ਕਿ ਮਨ ਰੱਜ ਗਿਆ ਹੈ। ਜਿੰਦੇ ਹਿਰਦੇ ਵਿੱਚ ਜਦੋਂ ਨਾਮ ਆ ਕੇ ਵਸੇਗਾ, ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਮਨ ਤ੍ਰਿਪਤਿਆ ਹਰ ਨਾਮ ਧਿਆਏ। ਨਾਮ ਜਪਦਿਆਂ ਹੋਇਆਂ ਫਿਰ ਮਨ ਜਿਹੜਾ ਹੈ ਤ੍ਰਿਪਤ ਹੋ ਗਿਆ ਹੈ। ਸਦਾ ਸੁਖ ਸਾਚਾ ਸ਼ਬਦ ਵਿਚਾਰੀ। ਕੁਝ ਦੁਨਿਆਵੀ ਸਾਨੂੰ ਸੁੱਖ ਮਿਲ ਜਾਂਦੇ ਨੇ ਤੇ ਉਹ ਬਹੁਤੇ ਚਿਰੇ ਨਹੀਂ ਹੁੰਦੇ, ਥੋੜ੍ਹੇ ਚਿਰੇ ਹੁੰਦੇ ਨੇ। ਥੋੜੇ ਸਮੇਂ ਦਾ ਸੁੱਖ ਹੁੰਦਾ ਹੈ ਤੇ ਫਿਰ ਦੁੱਖ ਆ ਕੇ ਘੇਰ ਲੈਂਦਾ ਹੈ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇੱਕ ਸੁੱਖ ਐਸਾ ਹੈ ਜਿਹੜਾ ਸਦੀਵੀ ਹੈ, ਜਿਹੜਾ ਹਮੇਸ਼ਾ ਰਹਿਣ ਵਾਲਾ, ਜਿਹੜਾ ਕਦੇ ਮੁੱਕਦਾ ਨਹੀਂ, ਕਦੇ ਖਤਮ ਨਹੀਂ ਹੁੰਦਾ। ਸਤਿਗੁਰ ਮਹਾਰਾਜ ਕਹਿੰਦੇ ਨੇ ਉਹ ਹੈ ਸਦਾ ਸੁਖ ਸਾਚਾ ਸ਼ਬਦ ਵਿਚਾਰੀ। ਜਦੋਂ ਸੱਚੇ ਵਾਹਿਗੁਰੂ ਪਰਮਾਤਮਾ ਦੇ ਨਾਮ ਦੀ ਵਿਚਾਰ ਕਰੇਗਾ ਤੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਤੇਰਾ ਹਿਰਦਾ ਜਿਹੜਾ ਹੈ ਉਹ ਸਦਾ ਸੁੱਖ ਵਿੱਚ ਟਿਕ ਜਾਏਗਾ। ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੈ। ਜੇ ਸਦਾ ਵਾਸਤੇ ਸੁਖ ਚਾਹੀਦੇ ਤੇ ਸਦਾ ਵਾਸਤੇ ਫਿਰ ਨਾਮ ਜਪਨਾ ਕਰ। ਆਪਣੇ ਸਤਿਗੁਰ ਵਿਟਹੁ ਸਦਾ ਬਲਿਹਾਰੀ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਹੇ ਸਤਿਗੁਰੂ, ਮੈਂ ਤੇਰੇ ਤੋਂ ਸਦਾ ਸਦਕੇ ਜਾਨਾ, ਮੈਂ ਤੇਰੇ ਕੋਲੋਂ ਸਦਾ ਕੁਰਬਾਨ ਜਾਨਾ, ਤੇਰੇ ਤੋਂ ਸਦਾ ਵਾਰਨੇ ਜਾਨਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿਉਂ ਵਾਰਨੇ ਜਾਣਾ? ਕਿਉਂਕਿ ਤੂੰ ਮੈਨੂੰ ਐਸਾ ਸੁੱਖ ਦੇ ਦਿੱਤਾ ਜਿਹੜਾ ਦੁਨਿਆਵੀ ਪਦਾਰਥਾਂ ਦੇ ਵਿੱਚੋਂ ਨਹੀਂ ਮਿਲਿਆ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ ਘਰ ਤਾਂ ਤੇਰੇ ਸਭ ਕੁਛ ਹੈ ਜਿਸ ਦੇ ਸੋ ਪਾਵੇ। ਹੇ ਵਾਹਿਗੁਰੂ, ਤੇਰੇ ਘਰ ਦੇ ਵਿੱਚ ਕਿਹੜੀ ਵਸਤੂ ਨਹੀਂ ਜਿਹੜੀ ਸਾਨੂੰ ਮਿਲ ਨਹੀਂ ਸਕਦੀ। ਹਰ ਵਸਤੂ, ਹਰ ਜਿਹੜੀ ਦਾਤ ਜਿਹੜੀ ਹੈ ਉਹ ਤੇਰੇ ਘਰ ਦੇ ਵਿੱਚ ਮੌਜੂਦ ਹੈ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹੁ। ਜਿਸ ਦੀਆਂ ਇਹ ਵਡਿਆਈਆਂ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਆਨੰਦ ਸਾਹਿਬ ਵਿੱਚ ਕਹਿੰਦੇ ਨੇ ਕਿ ਸਦਾ ਕੁਰਬਾਨ, ਹਰ ਵੇਲੇ ਹਰ ਸਮੇਂ ਤੇਥੋਂ ਸਦਕੇ ਸਦਾ ਕੁਰਬਾਨ ਕੀਤਾ ਗੁਰੂ ਵਿਟਹੁ। ਜਿਸ ਦੀਆਂ ਇਹ ਵਡਿਆਈਆਂ, ਜਿੰਦੀਆਂ ਇਹ ਵਡਿਆਈਆਂ ਬਖਸ਼ਿਸ਼ਾਂ ਨੇ, ਮੈਂ ਸਦਾ ਵਾਸਤੇ ਉਹਦੇ ਤੋਂ ਸਦਕੇ ਜਾਣਾ। ਤੇ ਸਤਿਗੁਰ ਮਹਾਰਾਜ ਅੱਜ ਦੇ ਫਰਮਾਨ 'ਚ ਕਹਿੰਦੇ ਨੇ ਆਪਣੇ ਸਤਿਗੁਰ ਵਿਟੋਂ ਸਦਾ ਬਲਿਹਾਰੀ, ਮੈਂ ਸਦਾ ਉਹਦੇ ਤੋਂ ਸਦਕੇ ਜਾਣਾ ਹਾਂ। ਰਹਾਉ। ਸਤਿਗੁਰ ਮਹਾਰਾਜ ਜੀ ਵਿਸ਼ਰਾਮ ਦੇ ਕੇ ਬਖਸ਼ਿਸ਼ ਕਰਦੇ ਹਨ। ਅੱਖੀ ਸੰਤੋਖੀਆਂ ਏਕ ਲਿਵ ਲਾਏ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਕਿ ਇਹ ਨਿਤਰੋ ਮੇਰੇ ਹੋ, ਹਰ ਤੁਮੇ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਸਤਿਗੁਰ ਮਹਾਰਾਜ ਕਹਿੰਦੇ ਨੇ ਜੋਤ ਅੱਖਾਂ ਦੇ ਵਿੱਚ ਰੱਖੀ ਤਾਂ ਸੰਸਾਰ ਦਿਸਣ ਲੱਗਿਆ। ਜੇ ਜੋਤ ਨਾ ਹੁੰਦੀ, ਦੇਖੋ ਮੁਰਦੇ ਦੀਆਂ ਵੀ ਤਾਂ ਅੱਖਾਂ ਹੁੰਦੀਆਂ ਹੈ ਨਾ, ਤੇ ਜੇ ਉਹਨੂੰ ਮੁਰਦੇ ਨੂੰ ਕਹੋ ਕਿ ਤੈਨੂੰ ਸੰਸਾਰ ਦਿਸਦਾ ਹੈ, ਨਾ ਤੇ ਉਹ ਸਾਡੀ ਆਵਾਜ਼ ਨੂੰ ਸੁਣੇਗਾ ਤੇ ਨਾ ਅੱਖਾਂ ਖੋਲ ਕੇ ਬਾਹਰ ਨੂੰ ਦੇਖੇਗਾ। ਸਤਿਗੁਰ ਮਹਾਰਾਜ ਕਹਿੰਦੇ ਨੇ ਇਹ ਨਿਤਰੋ ਮੇਰੇ ਹੋ, ਹਰ ਤੁਮੈ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਹਰੀ ਪ੍ਰਮਾਤਮਾ ਤੋਂ ਬਗੈਰ ਹੋਰ ਕੁਝ ਨਹੀਂ ਦੇਖਣਾ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇਹ ਅੱਖਾਂ ਇਸ ਕਰਕੇ ਦਿੱਤੀਆਂ। ਇੱਕ ਬੜੀ ਸੋਹਣੀ ਉਦਾਹਰਨ ਦਿੱਤੀ ਬਾਬਾ ਫਰੀਦ ਸਾਹਿਬ ਜੀ ਨੇ ਆਪਣੀ ਬਾਣੀ ਦੇ ਵਿੱਚ। ਉਹ ਕਹਿੰਦੇ ਨੇ ਕਿ ਮੈਂ ਇੱਕ ਦਿਨ ਰਸਤੇ ਵਿੱਚ ਜਾ ਰਿਹਾ ਸੀ ਤੇ ਇੱਕ ਵੇਸਵਾ ਜਿਹੜੀ ਸੀ ਨਾ, ਉਹ ਆਪਣੀ ਸੇਵਕਾ, ਆਪਣੀ ਨੌਕਰਾਨੀ ਦੇ ਨਾਲ ਲੜਦੀ ਪਈ ਸੀ। ਜਦੋਂ ਦੇਖਿਆ ਕਿ ਲੜਾਈ ਦਾ ਮੁੱਦਾ ਕੀ ਹੈ, ਲੜਾਈ ਹੋ ਕਿਉਂ ਰਹੀ ਹੈ, ਪਤਾ ਲੱਗਿਆ ਕਿ ਉਹ ਜਿਹੜੀ ਨੌਕਰਾਨੀ ਸੀ ਉਹ ਸੁਰਮੇ ਨੂੰ ਪੀਸ ਕੇ ਦਿੰਦੀ ਸੀ ਤੇ ਵੇਸਵਾ ਜਿਹੜੀ ਸੀ ਉਹ ਆਪਣੀਆਂ ਅੱਖਾਂ 'ਚੋਂ ਸੁਰਮਾ ਪਾਇਆ ਕਰਦੀ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਦੇਖ ਕੇ ਮੈਂ ਹੈਰਾਨ ਹੋਇਆ ਕਿ ਉਹ ਨੌਕਰਾਨੀ ਨੂੰ ਕਹਿ ਰਹੀ ਸੀ ਕਿ ਇਹਨਾਂ ਅੱਖਾਂ ਨੂੰ ਦੇਖ ਕੇ ਲੋਕ ਮੇਰੇ ਰੂਪ ਨੂੰ ਉਹਦੀ ਉਸਤਤ ਤੇ ਵਡਿਆਈ ਕਰਦੇ ਨੇ, ਖੁਸ਼ ਹੁੰਦੇ ਨੇ। ਅੱਜ ਤੂੰ ਸੁਰਮਾ ਪੀਸਣ ਲੱਗਿਆ ਇੰਨੀ ਵੱਡੀ ਗਲਤੀ ਕਰ ਦਿੱਤੀ ਕਿ ਸੁਰਮਾ ਚੰਗੀ ਤਰ੍ਹਾਂ ਨਹੀਂ ਪੀਸਿਆ ਗਿਆ। ਇਸ ਸੁਰਮੇ ਨੂੰ ਪਾਉਣ ਕਰਕੇ ਮੇਰੀਆਂ ਅੱਖਾਂ ਦੇ ਵਿੱਚ ਰੜਕ ਪਈ, ਜਿੰਦੇ ਕਰਕੇ ਮੇਰੀਆਂ ਅੱਖਾਂ ਲਾਲ ਹੋ ਗਈਆਂ। ਮੇਰਾ ਸੁਹੱਪਨ ਅੱਜ ਦਾ ਤੂੰ ਖਰਾਬ ਕਰ ਦਿੱਤਾ। ਬਾਬਾ ਫਰੀਦ ਸਾਹਿਬ ਜੀ ਨੇ ਉਹਨੂੰ ਸਮਝਾਉਣਾ ਕੀਤਾ ਕਿ ਨਹੀਂ, ਅਸਲ ਦੇ ਵਿੱਚ ਦੇਖੋ ਅੱਖਾਂ ਦਾ ਮਕਸਦ ਕੀ ਹੈ। ਅੱਖਾਂ ਪਰਮਾਤਮਾ ਨੂੰ ਤੱਕਣ ਵਾਸਤੇ ਸਾਨੂੰ ਦਿੱਤੀਆਂ ਨੇ ਕਿ ਅਸੀਂ ਸੰਸਾਰ ਨੂੰ ਵੇਖਦਿਆਂ ਵੇਖਦਿਆਂ ਪਰਮਾਤਮਾ ਨੂੰ ਦੇਖ ਸਕੀਏ। ਬਾਬਾ ਫਰੀਦ ਸਾਹਿਬ ਜੀ ਫਿਰ ਜੇ ਇੱਕ ਦਿਨ ਜਾਂਦੇ ਪਏ ਨੇ
ਤੇ ਇੱਕ ਖੋਪੜੀ ਇਨਸਾਨੀ ਸਿਰ ਦੀ ਖੋਪੜੀ ਪਈ ਦੇਖੀ। ਉਸ ਖੋਪੜੀ ਦੇ ਵਿੱਚ ਕਿਸੇ ਚਿੜੀ ਨੇ ਬੱਚੇ ਦਿੱਤੇ ਸੀ ਤੇ ਉਹ ਬੱਚੇ ਜਿਹੜੇ ਸਨ ਉਹ ਬਾਹਰ ਅੱਖਾਂ ਦੇ ਜਿਹੜੇ ਖੋਲੇ ਸਨ ਉਹਨਾਂ ਚੋਂ ਬਾਹਰ ਨੂੰ ਝਾਕਦੇ ਪਏ ਸੀ। ਬਾਬਾ ਫਰੀਦ ਸਾਹਿਬ ਰੁਕੇ, ਉਹ ਰੁਕ ਕੇ ਤੇ ਦੇਖ ਕੇ ਮੁਸਕਰਾਏ ਤੇ ਜਿਹੜੇ ਨਾਲ ਮੁਰੀਦ ਸਨ ਉਹਨਾਂ ਨੇ ਬੇਨਤੀ ਕੀਤੀ। ਬਾਬਾ ਫਰੀਦ ਸਾਹਿਬ ਜੀ ਨੂੰ ਕਹਿਣ ਲੱਗੇ ਕਿ ਬੜੀਆਂ ਖੋਪਰੀਆਂ ਤੁਸੀਂ ਅੱਗੇ ਵੀ ਪਈਆਂ ਦੇਖੀਆਂ ਹੋਣਗੀਆਂ, ਪਰ ਅੱਜ ਵਾਂਗੂ ਤੁਸੀਂ ਗੌਰ ਨਾਲ ਨਹੀਂ ਤੱਕਦੇ ਪਏ, ਅੱਜ ਬੜੀ ਗੌਰ ਨਾਲ ਤੱਕਦੇ ਪਏ ਹੋ, ਕਾਰਨ ਕੀ ਹੈ? ਬਾਬਾ ਫਰੀਦ ਸਾਹਿਬ ਜੀ ਦੇ ਬਚਨ ਨੇ ਫਰੀਦਿਆ ਇਨ ਲੋਇਨ ਜਗ ਮੋਹਿਆ ਸੇ ਲੋਇਨ ਮੈਂ ਡਿਠਾ। ਜਿਨ੍ਹਾਂ ਅੱਖਾਂ ਨੇ ਜਿਨ ਲੋਇਨ ਜਗ ਮੋਹਿਆ, ਇਹ ਅੱਖਾਂ ਕਹਿੰਦੀਆਂ ਸੀ ਕਿ ਜਗਤ ਜਿਹੜਾ ਹੈ ਇਹ ਮੇਰੇ ਤੇ ਤਾਂ ਮੋਹਤ ਹੁੰਦਾ ਹੈ ਕਿਉਂਕਿ ਮੈਂ ਇਹਨਾਂ ਵਿੱਚ ਸੁਰਮਾ ਪਾਇਆ, ਅੱਖਾਂ ਨੂੰ ਮਟਕਾਇਆ, ਫਿਰ ਇਹ ਅੱਖਾਂ ਨੂੰ ਵੇਖ ਕੇ ਲੋਕ ਮੋਹਤ ਹੁੰਦੇ ਸਨ। ਜਿਨ ਲੋਇਨ ਜਗ ਮੋਹਿਆ ਸੇ ਲੋਇਨ ਮੈਂ ਡਿਠ, ਕੱਜਲ ਰੇਖ ਨਾ ਸਹਿੰਦਿਆਂ ਸੇ ਪੰਖੀ ਸੂਏ ਬਹਿਠ। ਇਹ ਅੱਖਾਂ ਦੇ ਵਿੱਚ ਕੱਜਲ ਸੁਰਮੇ ਦੀ ਜਰਾ ਜਿੰਨੀ ਰੜਕ ਵੀ ਜਿਹੜਾ ਨਹੀਂ ਸੀ ਸਹਿ ਸਕਦਾ। ਕਹਿਣ ਲੱਗੇ ਅੱਜ ਦੇਖੋ ਉਹਨਾਂ ਅੱਖਾਂ ਦੇ ਖੋਲਿਆਂ ਦੇ ਵਿੱਚ ਪੰਛੀਆਂ ਨੇ ਆਪਣੇ ਬੱਚੇ ਦਿੱਤੇ ਤੇ ਉਹ ਇੱਥੇ ਆਲਣਾ ਪਾ ਕੇ ਬੈਠ ਗਏ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਕਿ ਇਹ ਜਿਹੜੀਆਂ ਅੱਖਾਂ ਹਨ, ਅੱਖੀਂ ਸੰਤੋਖੀਆਂ ਸਦਾ ਏਕ ਲਿਵਲਾਏ, ਅੱਖੀਂ ਸੰਤੋਖੀਆਂ ਏਕ ਲਿਵਲਾਏ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਅੱਖਾਂ ਉਸ ਦਿਨ ਰੱਜੀਆਂ ਕਿਉਂਕਿ ਪਹਿਲੋਂ ਤਾਂ ਅੱਖੀਂ ਦੇਖਣਾ ਰੱਜੀਆਂ, ਬਹੁ ਰੰਗ ਤਮਾਸ਼ੇ ਪਰਾਇਆ ਰੂਪ ਦੇਖ ਕੇ, ਪਰਾਏ ਤਨ ਨੂੰ ਦੇਖ ਕੇ, ਪਰਾਈ ਸੁੰਦਰਤਾ ਨੂੰ ਦੇਖ ਕੇ ਇਹ ਨਹੀਂ ਸੀ ਰੱਜਦੀਆਂ। ਪਰ ਮਹਾਰਾਜ ਕਹਿੰਦੇ ਨੇ ਜਿੱਦਣ ਇੱਕ ਦੇ ਨਾਲ ਲਿਵ ਜੁੜੀ, ਇੱਕ ਦੇ ਨਾਲ ਸੁਰਤ ਜੁੜੀ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹੁਣ ਅੱਖਾਂ ਜਿਹੜੀਆਂ ਹਨ ਉਹ ਰੱਜ ਗਈਆਂ ਹਨ। ਮਨ ਸੰਤੋਖਿਆ ਦੂਜਾ ਭਾਉ ਗਵਾਏ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਕਿ ਹੁਣ ਮਨ ਜਿਹੜਾ ਸੀ ਜਿੰਦੇ ਵਿੱਚ ਹਮੇਸ਼ਾ ਮੋਹ ਚੱਲਦਾ ਸੀ, ਲੋਭ ਚੱਲਦਾ ਸੀ, ਹੁਣ ਮਨ ਜਿਹੜਾ ਹੈ ਉਹ ਮੰਜ਼ਿਲ ਤੇ ਪਹੁੰਚ ਗਿਆ। ਹੁਣ ਮਨ ਨੂੰ ਜਿਹੜਾ ਹੈ ਉਹ ਪਰਮਾਤਮਾ ਮਿਲ ਗਿਆ। ਸਤਿਗੁਰੂ ਮਹਾਰਾਜ ਕਹਿੰਦੇ ਹੁਣ ਮਨ ਦੇ ਵਿੱਚ ਦੂਜਾ ਭਾਵ ਜਿਹੜਾ ਸੀ, ਦਵੈਸ਼ ਜਿਹੜਾ ਸੀ, ਈਰਖਾ ਜਿਹੜੀ ਸੀ, ਮੋਹ ਜਿਹੜਾ ਸੀ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਉਹ ਮਿਟ ਗਿਆ ਹੈ। ਮਨ ਸੰਤੋਖਿਆ, ਹੁਣ ਮਨ ਰੱਜਿਆ ਹੈ ਕਿਉਂਕਿ ਮਨ ਦੇ ਵਿੱਚੋਂ ਦਵੈਸ਼ ਚਲੇ ਗਿਆ ਤੇ ਇੱਕ ਆ ਕੇ ਬੈਠ ਗਿਆ। ਜਿੰਨੀ ਦੇਰ ਤੱਕ ਮਨ ਦੀ ਸੇਜਾ ਤੇ ਤ੍ਰਿਸ਼ਨਾ ਬੈਠੀ ਹੈ ਉਨੀ ਦੇਰ ਤੱਕ ਸੰਤੋਖ ਆ ਕੇ ਨਹੀਂ ਬੈਠੇਗਾ। ਜਿੰਨੀ ਦੇਰ ਤੱਕ ਮਨ ਦੇ ਵਿੱਚ ਕਾਮ ਬੈਠਾ ਹੈ ਉਨੀ ਦੇਰ ਤੱਕ ਰਾਮ ਨਹੀਂ ਆ ਕੇ ਬੈਠ ਸਕਦਾ। ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿੰਨੀ ਦੇਰ ਤੱਕ ਦੂਜਾ ਭਾਵ ਅੰਦਰ ਆ ਕੇ ਬੈਠਾ ਹੈ ਉਨੀ ਦੇਰ ਤੱਕ ਇੱਕ ਜਿਹੜਾ ਹੈ ਉਹ ਹਿਰਦੇ ਵਿੱਚ ਆ ਕੇ ਨਹੀਂ ਬੈਠ ਸਕਦਾ। ਦੇਹ ਸਰੀਰ ਸੁਖ ਹੋਵੈ ਸ਼ਬਦ ਹਰ ਨਾਏ। ਕੁਝ ਵਿਦਵਾਨਾਂ ਨੇ ਦੇਹ ਤੇ ਸਰੀਰ ਦੇ ਇੱਕ ਹੀ ਅਰਥ ਕੀਤੇ ਹਨ ਕਿ ਸਰੀਰ ਹੈ ਮਨੁੱਖਾ ਸਰੀਰ, ਪਰ ਜਦੋਂ ਸੰਪਰਦਾਇ ਵਿਦਵਾਨਾਂ ਦੇ ਅਰਥ ਪੜ੍ਹੀਦੇ ਤੇ ਉਹ ਕਹਿੰਦੇ ਨੇ ਕਿ ਇੱਕ ਹੈ ਸਾਡਾ ਸੂਖਸ਼ਮ ਸਰੀਰ ਤੇ ਦੂਸਰਾ ਹੈ ਸਥੂਲ ਸਰੀਰ। ਸਤਿਗੁਰੂ ਮਹਾਰਾਜ ਗੁਰੂ ਅਮਰਦਾਸ ਕਹਿੰਦੇ ਨੇ ਸੂਖਸ਼ਮ ਤੇ ਸਥੂਲ ਸਰੀਰ ਜਿਹੜਾ ਹੈ ਉਹ ਸੁੱਖ ਦੇ ਵਿੱਚ ਟਿਕ ਗਿਆ ਕਿਉਂਕਿ ਹਿਰਦੇ ਵਿੱਚ ਸੁੱਖਾਂ ਦਾ ਦਾਤਾ ਆ ਕੇ ਟਿਕ ਗਿਆ। ਸਤਿਗੁਰੂ ਮਹਾਰਾਜ ਕਹਿੰਦੇ ਨੇ ਦੇਹ ਸਰੀਰ ਸੁਖ ਹੋਵੈ ਸ਼ਬਦ ਹਰ ਨਾਏ। ਨਾਮ ਦੇ ਵਿੱਚ ਲਿਵ ਜੋੜਨ ਦੇ ਨਾਲ ਹੁਣ ਮਨ ਕਰਕੇ, ਸਥੂਲ ਸਰੀਰ ਕਰਕੇ, ਸੂਖਸ਼ਮ ਸਰੀਰ ਕਰਕੇ ਕਹਿੰਦੇ ਨੇ ਹੁਣ ਸੁਖ ਟਿਕ ਗਿਆ ਹੈ। ਨਾਮ ਪਰਮਲ ਹਿਰਦੈ ਰਹਿਆ ਸਮਾਏ। ਸਤਿਗੁਰੂ ਮਹਾਰਾਜ ਕਹਿੰਦੇ ਨੇ ਨਾਮ ਪਰਮਲ ਹੈ। ਪਰਮਲ ਦੇ ਅਰਥ ਹੁੰਦੇ ਨੇ ਕਿ ਸੁਗੰਧੀ, ਖੁਸ਼ਬੋਈ। ਕਹਿੰਦੇ ਨੇ ਜਿੰਦੇ ਮਨ ਦੇ ਵਿੱਚ ਨਾਮ ਟਿਕਦਾ ਹੈ ਨਾ ਉਹਦੇ ਮਨ ਦੇ ਵਿੱਚੋਂ ਫਿਰ ਸੁਗੰਧੀ ਆਉਂਦੀ ਹੈ। ਨਾਮ ਪਰਮਲ ਹਿਰਦੈ ਰਹਿਆ ਸਮਾਏ। ਨਾਮ ਰੂਪੀ ਖੁਸ਼ਬੋਈ ਹਿਰਦੇ ਵਿੱਚ ਟਿਕੀ, ਮਨ ਜਿਹੜਾ ਸੀ ਉਹ ਸੁਗੰਧਿਤ ਹੋ ਗਿਆ। ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦੇ ਬਚਨ ਨੇ। ਮਹਾਰਾਜ ਕਹਿੰਦੇ ਨੇ ਕੁੰਗੂ ਕੀ ਕਾਇਆ ਲਲਤਾ ਕੀ ਰਸਨਾ ਅਗਰ ਵਾਸਤਨ ਸਾਸ 68 ਤੀਰਥ ਕਾ ਮੁਖ ਟਿੱਕਾ ਤਿਤ ਘਟ ਮਤ ਵਿਗਾਸ। ਸਤਿਗੁਰੂ ਮਹਾਰਾਜ ਕਹਿੰਦੇ ਜਿਹੜੇ ਨਾਮ ਜਪਣ ਵਾਲੇ ਹੁੰਦੇ ਨਾ ਉਹਨਾਂ ਦਾ ਸਰੀਰ ਹੀ ਇਵੇਂ ਦਾ ਹੁੰਦਾ ਜਿਵੇਂ ਚੰਦਨ ਦਾ ਸਰੀਰ ਬਣਿਆ ਹੋਵੇ। ਉਹਨਾਂ ਦੀ ਜੀਭ ਐਵੇਂ ਹੁੰਦੀ ਜਿਵੇਂ ਕੇਸਰ ਦੀ ਹੋਵੇ। ਉਹਨਾਂ ਦੇ ਮੱਥੇ ਦੇ ਦਰਸ਼ਨ, ਉਹਨਾਂ ਦਾ ਮੱਥੇ ਦੇ ਉੱਪਰ 68 ਤੀਰਥਾਂ ਦੇ ਦਰਸ਼ਨ ਹੋ ਜਾਂਦੇ ਨੇ। ਸਤਿਗੁਰੂ ਮਹਾਰਾਜ ਕਹਿੰਦੇ ਹੁਣ ਹਿਰਦਾ ਸੁਗੰਧਿਤ ਹੋ ਗਿਆ ਕਿਉਂਕਿ ਹਿਰਦੇ ਦੇ ਵਿੱਚ ਨਾਮ ਆ ਕੇ ਟਿਕਿਆ ਹੈ। ਨਾਨਕ ਮਸਤਕ ਜਿਸ ਵੱਡ ਭਾਗ। ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਕਿ ਜਿੰਦੇ ਮਸਤਕ ਦੇ ਭਾਗ ਚੰਗੇ ਨੇ ਉਹਨੂੰ ਵੱਡੇ ਭਾਗਾਂ ਵਾਲਾ ਆਖਦੇ ਆ।
ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਹ ਸਹੀ ਸਮਾਂ ਹੈ ਜਿੰਦੇ ਕੋਲ, ਜਿਹੜੇ ਆਪਣੇ ਜੀਵਨ ਨੂੰ ਸਹੀ ਦਿਸ਼ਾ ਵਾਲੇ ਪਾਸੇ ਲੈ ਕੇ ਗਿਆ। ਸੱਚੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਨਾਨਕ ਮਸਤਕ ਜਿਸ ਵਡ ਭਾਗ ਉਹ ਵੱਡੇ ਭਾਗਾਂ ਵਾਲਾ ਹੈ। ਗੁਰ ਕੀ ਬਾਣੀ ਸਹਿਜ ਬੈਰਾਗ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਜਿੰਦੇ ਹਿਰਦੇ ਦੇ ਵਿੱਚ ਗੁਰੂ ਕੀ ਬਾਣੀ ਦਾ ਵਾਸਾ ਹੋਇਆ, ਜਿੰਦੇ ਹਿਰਦੇ ਵਿੱਚ ਨਾਮ ਵਸਿਆ, ਸਹਿਜ ਬੈਰਾਗ ਅਵਸਥਾ ਸਤਿਗੁਰ ਮਹਾਰਾਜ ਕਹਿੰਦੇ ਨੇ ਉਹਨੂੰ ਪ੍ਰਾਪਤ ਹੋ ਗਈ। ਬਾਂਸੇ ਸਦਨ ਸਭੇ ਕਰ ਸਮਝੋ ਕਟ ਹੀ ਮਾਹੇ ਉਦਾਸਾ। ਸਤਿਗੁਰ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਕਿ ਹੁਣ ਸਹਿਜ ਅਵਸਥਾ ਜਿਹਨੂੰ ਮਿਲੀ, ਜਿਹਨੂੰ ਸੰਗਤ ਮਿਲੀ, ਜਿਹਨੇ ਗੁਰਬਾਣੀ ਪੜ੍ਹਨਾ ਸ਼ੁਰੂ ਕੀਤੀ, ਜਿਹਨੇ ਸੰਗਤ ਕਰਨਾ ਸ਼ੁਰੂ ਕੀਤੀ, ਸਤਿਗੁਰ ਮਹਾਰਾਜ ਕਹਿੰਦੇ ਉਹ ਵੱਡੇ ਭਾਗਾਂ ਵਾਲੇ ਹਨ। ਵੱਡ ਭਾਗੀ ਹਰ ਸੰਗਤ ਪਾਵੇ, ਭਾਗਹੀਨ ਭ੍ਰਮ ਚੋਟਾਂ ਖਾਵੇ, ਬਿਨ ਭਾਗਾਂ ਸਤ ਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀਜੇ ਜੀਓ। ਮਹਾਰਾਜ ਕਹਿੰਦੇ ਆ ਜਿੰਨੇ ਤੁਸੀਂ ਆ ਕੇ ਬੈਠੇ ਹੋ ਨਾ, ਘਰਾਂ ਦੇ ਵਿੱਚ ਵੀ ਬੈਠ ਕੇ ਬਾਣੀ ਨੂੰ ਸਰਵਣ ਕਰਦੇ ਹੋ, ਸਤਿਗੁਰ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਕੀਰਤਨ ਕਥਾ ਬਾਣੀ ਸਰਵਣ ਕਰਦੇ ਹੋ, ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਇਸ ਤੋਂ ਵੱਡੇ ਭਾਗ ਹੋਰ ਹੋ ਹੀ ਨਹੀਂ ਸਕਦੇ। ਸਤਿਗੁਰ ਮਹਾਰਾਜ ਅੱਗੇ ਲੜੀਵਾਰ ਸ਼ਬਦ ਬਖਸ਼ਿਸ਼ ਕਰਦੇ ਹਨ। ਆਓ ਪਿਆਰ ਸਤਿਕਾਰ ਸਹਿਤ ਸਰਵਣ ਕਰੀਏ ਜੀ। ਰਾਮ ਕਲੀ ਮਹੱਲਾ ਪੰਜਵਾ। ਇਹ ਰਾਗ ਰਾਮ ਕਲੀ ਹੈ ਤੇ ਇਸ ਰਾਗ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਮਹੱਲਾ ਪੰਜਵੇਂ ਤੋਂ ਭਾਵ ਕਿ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਤ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਬਚਨ ਹਨ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 884 ਦੇ ਉੱਪਰ ਇਹ ਬਚਨ ਸੁਭਾਏਮਾਨ ਹਨ। ਕਰ ਕਰ ਤਾਲ ਪਖਾਵਜ ਨੈਨੋ ਮਾਥੈ ਵਜਹਿ ਰਬਾਬਾ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹ ਇਸ ਸ਼ਬਦ ਦੀ ਉਥਾਨਕਾ ਲਿਖਦੇ ਨੇ। ਕਹਿੰਦੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਬੈਠੇ ਨੇ ਤੇ ਸਿੱਖਾਂ ਨੂੰ ਪਤਾ ਲੱਗਿਆ ਕਿ ਕਿਤੇ ਰਾਸ ਚੱਲਦੀ ਪਈ ਹੈ, ਰਾਸ ਲੀਲਾ। ਪੁਰਾਣੇ ਸਮਿਆਂ ਦੇ ਵਿੱਚ ਰਾਸ ਲੀਲਾ ਖੇਡੀਆਂ ਜਾਂਦੀਆਂ ਸੀ, ਸਵਾਂਗ ਬਣਾਏ ਜਾਣੇ, ਕਿਸੇ ਨੇ ਕ੍ਰਿਸ਼ਨ ਬਣਨਾ, ਕਿਸੇ ਨੇ ਰਾਧਾ ਬਣਨਾ, ਕਿਸੇ ਨੇ ਗੋਪੀਆਂ ਬਣਨਾ। ਇਹ ਇਸ ਤਰ੍ਹਾਂ ਦੇ ਸਾਂਗ ਜਿਹੜੇ ਸਨ ਸਤਿਗੁਰ ਮਹਾਰਾਜ ਨੇ ਬਾਣੀ ਵਿੱਚ ਵੀ ਦਰਜ ਕੀਤੇ। ਗਾਵਨ ਗੋਪੀਆਂ, ਗਾਵਨ ਕਾਨ, ਗਾਵਨ ਸੀਤਾ ਰਾਜੇ ਰਾਮ, ਇਹ ਸਵਾਂਗ ਸੀ। ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਉਹ ਉਥਾਨਕਾ ਦੱਸਦੇ ਨੇ, ਕਹਿਣ ਲੱਗੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਸਿੱਖਾਂ ਨੇ ਆ ਕੇ ਬੇਨਤੀ ਕੀਤੀ, ਮਹਾਰਾਜ ਜੀ ਇੱਥੇ ਲਾਗੇ ਇੱਕ ਨਾਚ ਗਾਣਾ ਚੱਲਦਾ ਪਿਆ ਏ, ਉਹ ਰਾਸ ਲੀਲਾ ਚੱਲਦੀ ਪਈ ਏ, ਜੇ ਤੁਸੀਂ ਆਗਿਆ ਦਿਓ ਤੇ ਅਸੀਂ ਜਾ ਕੇ ਦੇਖ ਆਈਏ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇੱਕ ਰਾਸ ਲੀਲਾ ਤੇ ਇੱਥੇ ਚੱਲਦੀ ਪਈ ਜਿਹੜੀ ਤੁਸੀਂ ਦੇਖਣ ਜਾਣੀ ਏ, ਆਓ ਮੈਂ ਤੁਹਾਨੂੰ ਦੱਸਦਾ ਕਿ ਅਸਲ ਦੇ ਵਿੱਚ ਰਾਸ ਲੀਲਾ ਹੁੰਦੀ ਕੀ ਏ। ਸੱਚੇ ਪਾਤਸ਼ਾਹ ਮਹਾਰਾਜ ਰਾਸ ਲੀਲਾ ਤੇ ਤੁਸੀਂ ਦੱਸੋਗੇ? ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹਾਂ। ਮਹਾਰਾਜ ਦੱਸਣਾ ਜਦੋਂ ਆਰੰਭ ਕੀਤਾ, ਉਹਨਾਂ ਨੇ ਸਵਾਲ ਸਿੱਖਾਂ ਨੇ ਕੀਤਾ, ਕਹਿਣ ਲੱਗੇ ਮਹਾਰਾਜ ਉੱਥੇ ਤਾਂ ਸਾਜ਼ ਵੀ ਵੱਜਦੇ ਨੇ, ਖੜਤਾਲਾਂ ਵੱਜਦੀਆਂ ਨੇ, ਉੱਥੇ ਤਾਂ ਪਖਾਵਜ ਵੱਜਦਾ ਏ, ਉੱਥੇ ਤਾਂ ਰਬਾਬ ਵੱਜਦੀ ਏ, ਤੇ ਤੁਸੀਂ ਕਿਹੜੀ ਰਾਸ ਲੀਲਾ ਦੀ ਗੱਲ ਕਰਦੇ ਹੋ? ਗੁਰੂ ਅਰਜਨ ਦੇਵ ਮਹਾਰਾਜ ਰਾਮਕਲੀ ਰਾਗ ਦੇ ਵਿੱਚ ਦੱਸਦੇ ਨੇ ਕਿ ਕਰ ਕਰ ਤਾਲ ਪਖਾਵਜ ਨੈਨੋ ਮਾਥੇ ਵਜਹੇ ਰਬਾਬਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਕਰ ਤੇ ਕਰ, ਇੱਕ ਕਰ ਜਿਹੜਾ ਹੈ ਕੱਕਾ ਤੇ ਰਾਰਾ ਹੈ, ਤੇ ਦੂਸਰਾ ਜਿਹੜਾ ਕਰ ਹੈ ਉਹ ਕੱਕਾ ਤੇ ਰਾਰੇ ਨੂੰ ਸਿਹਾਰੀ ਹੈ। ਇੱਕ ਕਰ ਦਾ ਮਤਲਬ ਹੈ ਸਾਡੇ ਹੱਥ, ਤੇ ਦੂਸਰੇ ਕਰ ਦਾ ਮਤਲਬ ਹੈ ਕਿਰਿਆ, ਹੱਥਾਂ ਨੂੰ ਵਜਾਉਣਾ, ਤਾਲੀਆਂ ਜਿਵੇਂ ਕੋਈ ਵਜਾਉਂਦਾ ਹੋਵੇ, ਖੜਤਾਲਾਂ ਵਜਾਉਂਦਾ ਹੋਵੇ। ਸਤਿਗੁਰ ਮਹਾਰਾਜ ਕਹਿੰਦੇ ਆ ਹੱਥ ਦੇ ਨਾਲ ਹੱਥ ਵੱਜਣਾ ਕੀ ਹੈ? ਕਿਰਿਆ ਹੈ, ਇਹਨੂੰ ਵਰਬ ਕਹਿ ਲੋ, ਕਿਰਿਆ ਕਹਿ ਲੋ। ਸਤਿਗੁਰ ਮਹਾਰਾਜ ਕਹਿੰਦੇ ਹੱਥ ਨਾਲ ਹੱਥ ਵੱਜੇ, ਇਹ ਸਮਝ ਲਓ ਕਿ ਖੜਤਾਲਾਂ ਹਨ। ਆ ਅੱਖਾਂ ਜਿਹੜੀਆਂ ਅਸੀਂ ਜਿੰਦੇ ਨਾਲ ਰੰਗ ਤਮਾਸ਼ੇ ਦੁਨੀਆ ਦੇ ਦੇਖਦੇ ਪਏ ਆ, ਮਹਾਰਾਜ ਕਹਿੰਦੇ ਨੇ ਇਹ ਪਖਾਵਜ ਨੇ, ਜਿਹਨੂੰ ਤਬਲਾ ਅੱਜ ਅਸੀਂ ਕਹਿ ਸਕਦੇ ਹਾਂ। ਤਬਲੇ ਦੇ ਉੱਪਰ ਉਹ ਸ਼ਾਹੀ ਲੱਗੀ ਹੁੰਦੀ ਤੇ ਜਿਹੜਾ ਪਖਾਵਜ ਹੁੰਦਾ ਸੀ ਉਹਦੇ ਤੇ ਧਾਮਾ ਆਟਾ ਲਾ ਕੇ ਵਜਾਇਆ ਜਾਂਦਾ ਸੀ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਅੱਖਾਂ ਪਖਾਵਜ ਬਣ ਗਈਆਂ, ਹੱਥ ਖੜਤਾਲਾਂ ਬਣ ਗਈਆਂ, ਤੇ ਮੱਥੇ ਦੇ ਲੇਖ ਜਿਹੜੇ ਨੇ ਉਹ ਐਵੇਂ ਆ ਕਿ ਜਿਵੇਂ ਰਬਾਬ ਵੱਜਦੀ ਹੋਵੇ। ਕਰਨੋ ਮਦ ਬਾਸੁਰੀ ਬਾਜੈ ਜਿਹਵਾ ਧੁਨਿਆ ਗਾਜਾ। ਹੁਣ ਬਾਂਸੁਰੀ ਜਿਹੜੀ ਹੈ ਉਹਨੂੰ ਬੜੀ ਮਧੁਰਤਾ ਦੇ ਨਾਲ ਜੋੜਿਆ ਜਾਂਦਾ ਹੈ। ਖਾਸ ਕਰਕੇ ਜਿਹੜੀ ਰਾਸ ਲੀਲਾ ਹੈ ਉਹ ਕ੍ਰਿਸ਼ਨ ਦੇ ਨਾਲ ਜੋੜੀ ਜਾਂਦੀ ਹੈ, ਤੇ ਕ੍ਰਿਸ਼ਨ ਦਾ ਜਿਹੜਾ ਸਾਧ ਸੀ ਉਹ ਬਾਂਸੁਰੀ ਸੀ। ਹੁਣ ਸਤਿਗੁਰ ਮਹਾਰਾਜ ਜੀ ਇੱਥੇ ਕਹਿੰਦੇ ਨੇ ਕਰਨੋ ਮਦ ਬਾਂਸੁਰੀ ਬਾਜੈ,
ਕੰਨਾਂ ਦੇ ਵਿੱਚ ਬੜੀ ਸੁਰੀਲੀ ਆਵਾਜ਼ ਸੁਣਾਈ ਦਿੰਦੀ ਪਈ ਆ। ਉਹ ਸੁਰੀਲੀ ਆਵਾਜ਼ ਅਸੀਂ ਕਿਹਨੂੰ ਕਹਿੰਦੇ ਆ? ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਆ ਨਿੰਦਿਆ ਸੁਣਦਾ ਹੈ ਨਾ ਜਿਹੜੀ, ਬੜੀ ਚੰਗੀ ਲੱਗਦੀ ਹੈ ਮਨ ਨੂੰ। ਮਹਾਰਾਜ ਕਹਿੰਦੇ ਇਹ ਉਹ ਬਾਂਸਰੀ ਵੱਜਦੀ ਪਈ ਹੈ। ਆ ਜਿਹੜੀ ਆਪਣੀ ਵਡਿਆਈ ਸੁਣ ਕੇ ਤੂੰ ਖੁਸ਼ ਹੋ ਜਾਣਾ ਹੈ, ਸਤਿਗੁਰ ਮਹਾਰਾਜ ਕਹਿੰਦੇ ਨੇ ਇਹ ਉਹ ਬਾਂਸਰੀ ਹੈ। ਅੱਜ ਲੋਕਾਂ ਦਾ ਇਹ ਜੀਵਨ ਬਣ ਚੁੱਕਿਆ ਹੈ। ਕੋਈ ਇੱਥੇ ਗੱਲ ਕਰਦਾ, ਕੋਈ ਉੱਥੇ ਜਾ ਕੇ ਕਰ ਦਿੰਦਾ, ਕਈਆਂ ਨੂੰ ਨਿੰਦਿਆ ਕਰਨ ਦੇ ਵਿੱਚ ਹੀ ਸਵਾਦ ਆਈ ਜਾ ਰਿਹਾ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਰਨੋਂ ਮਦ ਬਾਂਸੁਰੀ ਬਾਜੈ ਜਿਹਵਾ ਧੁਨ ਆਗਾਜਾ। ਤੇ ਜਿਹੜੇ ਜਿਹਵਾ ਦੇ ਉੱਤੋਂ ਤੂੰ ਲੋਕਾਂ ਦੀ ਵਡਿਆਈ ਨਿੰਦਿਆ ਉਸਤਤ ਕਰਦਾ ਪਿਆ ਹੈ, ਮਹਾਰਾਜ ਕਹਿੰਦੇ ਇਹ ਐਵੇਂ ਹੈ ਜਿਵੇਂ ਰਾਸ ਲੀਲਾ ਦੇ ਵਿੱਚ ਅਲਾਪ ਹੋ ਰਹੇ ਹੋਵਨ। ਨਿਰਤ ਕਰੇ ਕਰਮ ਨੂੰ ਨਾਚੈ ਆਣੇ ਘੂੰਗਰ ਸਾਜਾ। ਸਿੱਖ ਆਖਦੇ ਨੇ ਸੱਚੇ ਪਾਤਸ਼ਾਹ ਮਹਾਰਾਜ ਜਿਹੜੇ ਨਿਰਤ ਕਰਦੇ ਆ, ਜਿਹੜੇ ਉਸ ਰਾਸ ਲੀਲਾ ਦੇ ਵਿੱਚ ਨੱਚਦੇ ਨੇ, ਉਹਨਾਂ ਨੇ ਤੇ ਪੈਰਾਂ ਦੇ ਵਿੱਚ ਘੁੰਗਰੂ ਬੰਨੇ ਹੁੰਦੇ ਨੇ। ਮਹਾਰਾਜ ਫਿਰ ਇਸ ਰਾਸ ਲੀਲਾ ਦੇ ਵਿੱਚ ਘੁੰਗਰੂ ਕਿਹੜੇ ਨੇ ਤੇ ਨੱਚਣ ਵਾਲਾ ਕੌਣ ਹੈ? ਸਤਿਗੁਰ ਮਹਾਰਾਜ ਕਹਿੰਦੇ ਜਿੰਨੇ ਅਸੀਂ ਆਪਣੇ ਪਿਛਲੇ ਜਨਮਾਂ ਦੇ ਵਿੱਚ ਕਰਮ ਕਰਕੇ ਆਉਂਦੇ ਆ, ਜਿੰਨੇ ਅਸੀਂ ਕਰਮ ਕਰਦੇ ਆ ਨਾ, ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇਹ ਘੁੰਗਰੂ ਨੇ ਤੇ ਇਹ ਮਨ ਰੂਪੀ ਪੈਰਾਂ ਦੇ ਵਿੱਚ ਪਏ ਨੇ। ਇਹ ਘੁੰਗਰੂ, ਇਹ ਕਰਮ ਜਿਹੜੇ ਨੇ ਇਹ ਮਨ ਨੂੰ ਨਚਾਈ ਜਾ ਰਹੇ ਨੇ। ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕੀਤੀ, ਕਹਿਣ ਲੱਗੇ ਕਿ ਨਿਰਤ ਕਰੇ ਕਰ ਮਨੁਆ ਨਾਚੇ। ਹੁਣ ਮਨ ਜਿਹੜਾ ਹੈ ਇਹ ਨੱਚੀ ਜਾ ਰਿਹਾ। ਉੱਥੇ ਨਿਰਤ ਕਰਦੇ ਹਨ ਰਾਸ ਲੀਲਾ ਦੇ ਵਿੱਚ ਕੋਈ ਇਸਤਰੀ ਕਰਦੀ ਹੋਵੇਗੀ, ਇੱਥੇ ਸਤਿਗੁਰੂ ਮਹਾਰਾਜ ਕਹਿੰਦੇ ਮਨ ਨਿਰਤ ਕਰਦਾ ਹੈ ਆਨੇ ਘੁੰਗਰ ਸਾਜਾ। ਤੇ ਇਹਨੇ ਆਪਣੇ ਤਨ ਦੇ ਉੱਪਰ ਜਿਹੜੇ ਹੈ ਉਹ ਕਰਮਾਂ ਰੂਪੀ ਘੁੰਗਰੂ ਬੰਨੇ ਹੋਏ ਹਨ। ਰਾਮ ਕੋ ਨਿਰਤਕਾਰੀ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਿੱਖਾਂ ਨੂੰ ਆਖਦੇ ਨੇ ਕਿ ਇੱਕ ਨਿਰਤ ਜਿਹੜਾ ਹੈ ਉਹ ਹਮੇਸ਼ਾ ਹੁੰਦਾ ਪਿਆ ਹੈ। ਇਹ ਰਾਮ ਦੀ ਨਿਰਤਕਾਰੀ ਹੈ। ਇਹ ਉਸ ਪਰਮਾਤਮਾ ਜਿਹੜਾ ਸਭ ਥਾਵਾਂ ਤੇ ਮੌਜੂਦ ਹੈ, ਇਹ ਉਹਦੀ ਨਿਰਤਕਾਰੀ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਹਦੀ ਨਿਰਤਕਾਰੀ ਦੇ ਵਿੱਚ ਸਾਰਾ ਸੰਸਾਰ ਨੱਚਦਾ ਹੈ। ਪੇਖੈ ਪੇਖਨ ਹਾਰ ਦਇਆਲਾ ਜੇਤਾ ਸਾਜ ਸਿਗਾਰੀ। ਹੁਣ ਜਿੰਨੇ ਵੀ ਸ਼ਿੰਗਾਰ ਤਨ ਦੇ ਉੱਤੇ ਕੀਤੇ ਨੇ ਤੇ ਜਿੰਨੇ ਵੀ ਸਾਜ਼ ਵੱਜਦੇ ਨੇ, ਆ ਜਿਹੜੀਆਂ ਗੱਲਾਂ ਸਾਜ਼ ਦੀਆਂ ਸਤਿਗੁਰ ਮਹਾਰਾਜ ਉੱਤੇ ਕਰਕੇ ਆਏ ਨੇ ਕਿ ਪਖਾਵਜ ਵੱਜਦਾ ਪਿਆ ਹੈ, ਖੜਤਾਲਾਂ ਵੱਜਦੀਆਂ ਪਈਆਂ ਨੇ, ਰਬਾਬ ਵੱਜਦੀ ਪਈ ਹੈ। ਸਤਿਗੁਰ ਮਹਾਰਾਜ ਕਹਿੰਦੇ ਇਹ ਜਿਹੜੇ ਸਾਜ਼ ਤੇ ਇਹ ਜਿਹੜੇ ਸ਼ਿੰਗਾਰ ਕੀਤੇ ਹੋਏ ਨੇ ਰਾਸ ਲੀਲਾ ਦੇ, ਧੰਨ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਪੇਖੇ ਪੇਖਣਹਾਰ ਦਿਆਲਾ। ਉਹ ਦਿਆਲੂ ਸਤਿਗੁਰੂ ਉਹ ਸਾਰਿਆਂ ਨੂੰ ਦੇਖਦਾ ਪਿਆ ਹੈ। ਉਹ ਸਾਜ਼ ਜਿਹੜੇ ਵੱਜਦੇ ਪਏ ਨੇ ਦੁੱਖ ਤੇ ਸੁੱਖ ਦੇ, ਗਮ ਤੇ ਖੁਸ਼ੀ ਦੇ, ਉਹ ਵਾਸਨਾ ਹਾਸਿਆਂ ਤੇ ਠੱਠਿਆਂ ਦੇ, ਸਤਿਗੁਰ ਮਹਾਰਾਜ ਕਹਿੰਦੇ ਉਹ ਸਾਰੇ ਵੱਜਦੇ ਹੋਏ ਸਾਜ਼ਾਂ ਨੂੰ ਉਹ ਦੇਖਦਾ ਹੈ, ਉਹ ਸਾਰੇ ਸ਼ਿੰਗਾਰ ਨੂੰ ਤੱਕਦਾ ਹੈ। ਰਹਾਉ ਅਖਾਰ ਮੰਡਲੀ ਧਰਣ ਸਬਾਈ ਉਪਰ ਗਗਨ ਚੰਦੋਆ। ਸਿੱਖ ਆਖਦੇ ਨੇ ਸੱਚੇ ਪਾਤਸ਼ਾਹ ਮਹਾਰਾਜ ਫਿਰ ਉਹ ਅਖਾੜਾ ਕਿੱਥੇ ਲੱਗਿਆ? ਉਹ ਪਲੇਸ, ਉਹ ਜਗ੍ਹਾ ਕਿਹੜੀ ਸੀ ਜਿੱਥੇ ਅਖਾੜਾ ਲਾਇਆ ਗਿਆ? ਉੱਥੇ ਚਾਨਣੀਆਂ ਤੇ ਕਨਾਤਾਂ ਕਿਹੜੀਆਂ ਲਾਈਆਂ ਗਈਆਂ? ਸੱਚੇ ਪਾਤਸ਼ਾਹ ਉੱਤੇ ਚੰਦੋਆ ਜਿਹੜਾ ਸੀ ਉਹ ਕਿਹੜਾ ਤਾਣਿਆ ਗਿਆ? ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਅਖਾਰ ਮੰਡਲੀ। ਇਹ ਸਾਰਾ ਸੰਸਾਰ ਜਿਹੜਾ ਹੈ ਨਾ ਇਹ ਅਖਾਰ ਮੰਡਲੀ ਹੈ, ਇਹ ਅਖਾੜਾ ਹੈ। ਸੱਚੇ ਪਾਤਸ਼ਾਹ ਮਹਾਰਾਜ ਲੱਗਿਆ ਕਿੱਥੇ? ਮਹਾਰਾਜ ਕਹਿੰਦੇ ਨੇ ਧਰਨ ਸਬਾਈ। ਇਹ ਸਾਰੀ ਧਰਤੀ ਉਸ ਦੀ ਜਿਹੜੀ ਹੈ ਉਹ ਜਗ੍ਹਾ ਬਣ ਗਈ ਜਿੱਥੇ ਅਖਾੜਾ ਲੱਗਿਆ। ਤੇ ਮਹਾਰਾਜ ਕਹਿੰਦੇ ਨੇ ਉੱਪਰ ਗਗਨ ਚੰਦੋਆ। ਤੇ ਜਿਹੜਾ ਉੱਪਰ ਅਸਮਾਨ ਦਿਸਦਾ ਪਿਆ ਹੈ ਨਾ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇਹ ਉੱਤੇ ਚੰਦੋਆ ਤਾਣਿਆ ਹੋਇਆ ਹੈ। ਭਗਤ ਨਾਮਦੇਵ ਜੀ ਪਾਵਨ ਬਚਨ ਉਹਨਾਂ ਨੇ ਬਾਣੀ ਦੇ ਵਿੱਚ ਕਹੇ। ਉਹ ਕਹਿਣ ਲੱਗੇ ਪਹਿਲ ਪੁਰੀਏ ਪੁੰਡਰਕ ਵਨਾ ਤਾਂਚੇ ਹੰਸਾ ਸਗਲੇ ਜਨਾ ਕ੍ਰਿਸ਼ਨਾ ਤੇ ਜਾਨੋ ਹਰ ਹਰ ਨਾਚੰਤੀ ਨਾਚਨਾ ਪਹਿਲ ਪੁਰਸਾਬਰਾ ਅਥੋਨ ਪੁਰਸਾ ਦਮਰਾ ਅਸਗਾ ਅਸ ਉਸਗਾ ਹਰ ਕਾ ਬਾਗਰਾ ਨਾਚੇ ਪਿੰਦੀ ਮੈਂ ਸਾਗਰਾ। ਉਹਨਾਂ ਨੇ ਉਦਾਹਰਨ ਕੀ ਦਿੱਤੀ? ਕਹਿੰਦੇ ਇਹ ਸੰਸਾਰ ਪਤਾ ਕਿਵੇਂ ਨੱਚਦਾ ਹੈ? ਭਗਤ ਨਾਮਦੇਵ ਜੀ ਕਹਿੰਦੇ ਨੇ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਖੂਹ ਦੀ ਮਾਲ ਘੁੰਮਣੀ, ਟਿੰਡ ਘੁੰਮਣੀ, ਉਹਦੇ ਇੱਕ ਟਿੰਡ ਦੇ ਵਿੱਚ ਪਾਣੀ ਇਕੱਠਾ ਹੋਣਾ ਤੇ ਪਾਣੀ ਜਦੋਂ ਉੱਪਰ ਨੂੰ ਆਉਣਾ ਤੇ ਉਹਨੇ ਹਿੱਲ ਹਿੱਲ ਕੇ ਆਉਣਾ, ਉਛਲ ਕੇ ਆਉਣਾ। ਭਗਤ ਨਾਮਦੇਵ ਜੀ ਕਹਿੰਦੇ ਨੇ ਨਾਚੇ ਪਿੰਦੀ ਮੈਂ ਸਾਗਰਾ। ਕਹਿੰਦੇ ਸਾਗਰ ਸੰਸਾਰ ਜਿਹੜਾ ਹੈ ਨਾ ਸਾਰਾ ਉਹ ਇਵੇਂ ਨੱਚਦਾ ਪਿਆ ਜਿਵੇਂ ਉਸ ਟਿੰਡ ਦੇ ਵਿੱਚ ਪਾਣੀ ਹਿਲਦਾ ਹੋਵੇ।
ਇੱਥੇ ਸਤਿਗੁਰ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਅਖਾਰ ਮੰਡਲੀ ਤਰਨ ਸਬਾਈ ਉੱਪਰ ਗਗਨ ਚੰਦੋਵਾ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਇਹ ਸਾਰਾ ਜਿਹੜਾ ਸੰਸਾਰ ਹੈ ਇਹ ਮੰਡਲੀ ਹੈ, ਨੱਚਣ ਵਾਲੇ ਨੇ। ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਉੱਪਰ ਗਗਨ ਜਿਹੜਾ ਹੈ ਉਹ ਚਾਨਣੀ ਚੰਦੋਵਾ ਤਾਣਿਆ ਤੇ ਸਾਰੀ ਧਰਤੀ ਜਿਹੜਾ ਹੈ ਉਹਦਾ ਅਖਾੜਾ ਬਣਿਆ ਹੈ। ਪਵਨ ਵਿਚੋਲਾ ਕਰਤ ਅਕੇਲਾ ਜਲ ਤੇ ਓਪਤ ਹੋਆ। ਜਿਸ ਸਰੀਰ ਦਾ ਆਧਾਰ ਸਤਿਗੁਰ ਮਹਾਰਾਜ ਕਹਿੰਦੇ ਨੇ ਕਿ ਪਾਣੀ ਹੈ, ਬਿੰਦ ਹੈ, ਰਕਤ ਬਿੰਦ ਕਰ ਸਤਿਗੁਰ ਮਹਾਰਾਜ ਕਹਿੰਦੇ ਨੇ ਇਹ ਤਨ ਜਿਹੜਾ ਹੈ ਇਹ ਸਾਜਿਆ ਗਿਆ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਪਵਨ ਜਿਹੜੀ ਹੈ, ਸਾਹ ਜਿਹੜੇ ਨੇ ਇਸ ਸਰੀਰ ਦੇ ਵਿੱਚ ਵਿਚੋਲਗਿਰੀ ਕਰਦੇ ਪਏ ਨੇ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਪਵਨ ਵਿਚੋਲਗਿਰੀ ਕਰਦੀ ਹੈ ਤੇ ਦੂਸਰੇ ਪਾਸੇ ਸਤਿਗੁਰ ਮਹਾਰਾਜ ਕਹਿੰਦੇ ਨੇ ਕਿ ਇਹ ਸਰੀਰ ਦੇ ਅੰਦਰ ਜਿਹੜਾ ਹੈ ਉਹ ਆਧਾਰ ਉਹਦਾ ਰਕਤ ਤੇ ਬਿੰਦ ਪਾਣੀ ਤੋਂ ਆਧਾਰ ਬਣਿਆ ਹੈ। ਅਸਲ ਦੇ ਵਿੱਚ ਰਾਸ ਲੀਲਾ ਜਦੋਂ ਕ੍ਰਿਸ਼ਨ ਦੀ ਹੋਣੀ ਤੇ ਜਿਹੜਾ ਨਾਰਦ ਮੁਨੀ ਸੀ ਨਾ, ਉਹਨੇ ਕੀ ਕਰਨਾ ਕਿ ਗੋਪੀਆਂ ਨੂੰ ਕੁਝ ਚੁੱਕਣਾ ਦੇ ਦੇਣੀ ਤੇ ਉਹਨਾਂ ਰੁੱਸ ਕੇ ਚਲੇ ਜਾਣਾ। ਫਿਰ ਪਵਨ ਜਿਹੜਾ ਸੀ ਉਹਨੇ ਆ ਕਰਕੇ ਉਹਨਾਂ ਨੂੰ ਮਨਾ ਕਰਕੇ ਲਿਆਉਣਾ ਤੇ ਤਾਂ ਕ੍ਰਿਸ਼ਨ ਦੀ ਰਾਸ ਲੀਲਾ ਹੋਣੀ। ਇੱਥੇ ਸਤਿਗੁਰ ਮਹਾਰਾਜ ਉਹੀ ਉਦਾਹਰਨ ਦਿੰਦੇ ਹਨ। ਪੰਚ ਤਤ ਕਰ ਪੁੱਤਰਾ ਕੀਨਾ ਕਿਰਤ ਮਿਲਾਵਾ ਹੋਆ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਪੰਜ ਤਤ ਕਰ ਤੁਧ ਸ੍ਰਿਸ਼ਟ ਸਭ ਸਾਜੀ, ਕੋਈ ਸੇਵਾ ਕਰਿਓ ਜੇ ਕਿਤ ਕੀਸ਼ਾ ਕੀਤਾ ਹੋਵੇ। ਮਹਾਰਾਜ ਕਹਿੰਦੇ ਨੇ ਪੰਜ ਤਤ ਕਰ ਪੁੱਤਰਾ ਕੀਨਾ, ਆਪ ਤੇਜ ਬਾਏ ਪ੍ਰਿਥਵੀ ਆਕਾਸ਼ਾ, ਇਹ ਪੰਜ ਤਤ ਨੇ। ਤੇ ਮਹਾਰਾਜ ਕਹਿੰਦੇ ਨੇ ਪੰਜਾਂ ਤੱਤਾਂ ਦਾ ਇਹ ਸਰੀਰ ਬਣਾ ਦਿੱਤਾ, ਇਹ ਪੁਤਲਾ ਬਣਾ ਦਿੱਤਾ ਤੇ ਕਿਰਤ ਮਿਲਾਵਾ ਹੋਆ। ਜਿਹੜੇ ਕੀਤੇ ਹੋਏ ਕਰਮ ਸੀ, ਕਰਮਾਂ ਕਰਕੇ ਸਾਨੂੰ ਸਰੀਰ ਮਿਲਦਾ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਕਿ ਵਾਸਨਾ ਬੱਧਾ ਆਵੇ ਜਾਏ, ਅਸੀਂ ਵਾਸਨਾ ਦੇ ਬੱਧੇ ਅਸੀਂ ਜੋ ਕਰਮ ਕਰਦੇ ਉਹਦੇ ਕਰਕੇ ਸਤਿਗੁਰ ਮਹਾਰਾਜ ਕਹਿੰਦੇ ਨੇ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਮਹਾਰਾਜ ਕਹਿੰਦੇ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ, ਇਹ ਕਰਮਾ ਰੂਪੀ ਕਪੜਾ ਮਿਲਿਆ ਹੈ। ਚੰਦ ਸੂਰਜ ਦੋਏ ਜਰੇ ਚਰਾਗਾ ਚਾਹੋ ਕੁੰਟ ਪੀਤਰ ਰਾਖੇ। ਸਿੱਖ ਆਖਦੇ ਨੇ ਸੱਚੇ ਪਾਤਸ਼ਾਹ ਮਹਾਰਾਜ ਫਿਰ ਦੱਸੋ ਉਹ ਅਖਾਰ ਮੰਡਲੀ ਦੇ ਵਿੱਚ ਤਾਂ ਮਸ਼ਾਲਾਂ ਵੀ ਜਗਾਉਂਦੇ ਨੇ ਰਾਤ ਨੂੰ। ਮਹਾਰਾਜ ਇੱਥੇ ਕਿਹੜੀਆਂ ਮਸ਼ਾਲਾਂ ਜਗੀਆਂ? ਮਹਾਰਾਜ ਕਹਿੰਦੇ ਨੇ ਚੰਦ ਸੂਰਜ ਦੋਵੇਂ ਜਰੇ ਚਿਰਾਗਾ, ਇਹ ਦੋ ਚਿਰਾਗ ਜਗਾ ਦਿੱਤੇ, ਪੱਕੇ ਜਗਦੇ ਪਏ ਨੇ। ਇੱਕ ਸੂਰਜ ਹੈ ਤੇ ਦੂਸਰਾ ਚੰਦਰਮਾ। ਸਤਿਗੁਰ ਮਹਾਰਾਜ ਕਹਿੰਦੇ ਨੇ ਚੌਹ ਕੁੰਟ ਭੀਤਰ ਰਾਖੇ, ਕਿ ਇਹ ਸਾਰੇ ਦਿਸ਼ਾਵਾਂ, ਚਾਰੇ ਦਿਸ਼ਾਵਾਂ ਨੂੰ ਇਹ ਚਾਨਣ ਦਿੰਦੇ ਹਨ। 10 ਪਾਤੋ ਪੰਚ ਸੰਗੀਤਾ ਏਕੈ ਪੀਤਰ ਸਾਥੇ। ਹੁਣ 10 ਜਿਹੜੀਆਂ ਇਹਦੇ ਵਿੱਚ ਨੱਚਣ ਵਾਲੀਆਂ ਉਹ ਇਸਤਰੀਆਂ ਵੇਸ਼ਵਾ ਦਾ ਜ਼ਿਕਰ ਕੀਤਾ, ਉਹ ਕਿਹੜੀਆਂ? ਮਹਾਰਾਜ ਕਹਿੰਦੇ ਨੇ ਉਹ ਹੈ 5 ਕਰਮ ਇੰਦਰੇ ਤੇ 5 ਗਿਆਨ ਇੰਦਰੇ। ਅੱਖਾਂ, ਨੱਕ, ਮੂੰਹ, ਕੰਨ, ਸਪਰਸ਼, ਇਹ ਸਾਡੇ ਗਿਆਨ ਇੰਦਰੇ ਤੇ ਕਰਮ ਇੰਦਰੇ ਨੇ। ਮਹਾਰਾਜ ਕਹਿੰਦੇ ਨੇ ਜੇਕਰ ਸੁਗੰਧੀ ਲੈਂਦੇ ਹੋ ਤੇ ਜੇਕਰ ਉਹਦੇ ਨਾਲ ਰਸਨਾ ਨਾਲ ਬੋਲਣਾ, ਸਕਿਨ ਨਾਲ ਸਪਰਸ਼ ਕਰਨਾ, ਕੰਨਾਂ ਨਾਲ ਸੁਣਨਾ, ਅੱਖਾਂ ਨਾਲ ਤੱਕਣਾ, ਇਹ ਗਿਆਨ ਇੰਦਰੀਆਂ ਦਾ ਕੰਮ ਹੈ। ਮਹਾਰਾਜ ਕਹਿੰਦੇ ਇਹ 10 ਜਿਹੜੇ ਨੇ ਇਹ ਪਾਤਰ ਨੇ ਤੇ ਪੰਚ ਸੰਗੀਤਾ। ਇਸ ਹਿਰਦੇ ਰੂਪੀ ਘਰ ਦੇ ਵਿੱਚ 5 ਸੰਗੀ ਆ ਕੇ ਬੈਠ ਗਏ, ਉਹ 5 ਡੂਮ ਆ ਕੇ ਬੈਠ ਗਏ, ਜਿਨ੍ਹਾਂ ਨੂੰ ਮਹਾਰਾਜ ਕਹਿੰਦੇ ਨੇ ਇਸ ਦੇਹੀ ਅੰਦਰ 5 ਚੋਰ ਵਸੇ, ਕਾਮ ਕ੍ਰੋਧ ਲੋਭ ਮੋਹ ਹੰਕਾਰਾ। ਮਹਾਰਾਜ ਕਹਿੰਦੇ 5 ਸੰਗੀ ਬੈਠੇ ਹੋਏ ਹਨ। ਭਿੰਨ ਭਿੰਨ ਹੋਏ ਭਾਵ ਦਿਖਾਵਹਿ ਸਭੋ ਨਿਰਾਰੀ ਪਾਖੇ। ਹੁਣ ਹਰ ਸਰੀਰ ਦੇ ਵਿੱਚ ਜਿਹੜੇ ਇਹ ਵਿਕਾਰ ਨੇ ਉਹ ਆਪਣਾ ਆਪਣਾ ਭਾਵ ਦਿਖਾਉਂਦੇ ਨੇ, ਆਪਣੇ ਆਪਣੇ ਤਰੀਕੇ ਦੇ ਨਾਲ ਉਹ ਚੱਲਦੇ ਨੇ। ਕਿਸੇ ਅੰਦਰ ਕਾਮ ਪ੍ਰਧਾਨ ਹੈ, ਕਿਸੇ ਅੰਦਰ ਮੋਹ ਪ੍ਰਧਾਨ ਹੈ, ਕਿਸੇ ਅੰਦਰ ਲੋਭ ਪ੍ਰਧਾਨ ਹੈ। ਸਤਿਗੁਰ ਮਹਾਰਾਜ ਕਹਿੰਦੇ ਹਰ ਇੱਕ ਦੇ ਅੰਦਰ ਇਹ ਵੱਖੋ ਵੱਖਰੇ ਭਾਵ ਦਿਖਾਉਂਦੇ ਹਨ। ਘਰ ਘਰ ਨਿਰਤ ਹੋਵੈ ਦਿਨ ਰਾਤੀ ਘਟ ਘਟ ਵਾਜੈ ਤੂਰਾ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਹਰ ਘਰ ਦੇ ਵਿੱਚ ਐਸਾ, ਹਰ ਸਰੀਰ ਦੇ ਵਿੱਚ ਐਸਾ ਨਿਰਤ ਹੋ ਰਿਹਾ ਹੈ। ਏਕ ਨਚਾਵਹਿ ਏਕ ਪਵਾਵਹਿ ਇਕ ਆਏ ਜਾਏ ਹੋਏ ਤੂਰਾ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਇਕਨਾਂ ਨੂੰ, ਇਕਨਾਂ ਦਾ ਇੱਥੇ ਇੱਕ ਜਿਹੜਾ ਹੈ ਨਾ, ਈੜੀ ਨੂੰ ਲਾਵਾਂ ਤੇ ਕੱਕੇ ਨੂੰ ਸਿਆਰੀ ਬਹੁ ਵਚਨ ਹੈ। ਕਹਿੰਦੇ ਬਹੁਤਿਆਂ ਨੂੰ ਪ੍ਰਮਾਤਮਾ ਨੇ ਇਸੇ ਨਾਚ ਦੇ ਵਿੱਚ ਹੀ ਨਚਾਇਆ ਹੋਇਆ ਹੈ। ਬਹੁਤਿਆਂ ਨੂੰ ਸਤਿਗੁਰ ਮਹਾਰਾਜ ਨੇ ਐਵੇਂ ਹੀ ਜਿਹੜਾ ਹੈ ਉਹ ਭਵਾਇਆ ਹੈ, ਉਹ ਗੇੜ ਦੇ ਵਿੱਚ ਪਾ ਦਿੱਤਾ। ਸਤਿਗੁਰ ਮਹਾਰਾਜ ਕਹਿੰਦੇ ਇੱਕ ਆਏ ਜਾਏ
ਹੋਏ ਧੂਰਾ। ਇੱਕ ਜੰਮਦੇ ਨੇ ਮਰਦੇ ਨੇ, ਮਰਦੇ ਨੇ ਜੰਮਦੇ ਨੇ, ਬਸ ਇਸੇ ਤਰ੍ਹਾਂ ਉਹਨਾਂ ਦਾ ਜੀਵਨ ਖਤਮ ਹੁੰਦਾ ਰਹਿੰਦਾ ਹੈ। ਕਹੋ ਨਾਨਕ ਸੋ ਬਹੁਰ ਨਾ ਨਾਚੈ, ਜਿਸ ਗੁਰ ਭੇਟੈ ਪੂਰਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਆਖਰੀ ਪੰਕਤੀ ਦੇ ਵਿੱਚ ਕਿਰਪਾ ਕੀਤੀ। ਮਹਾਰਾਜ ਕਹਿੰਦੇ ਜਿਹਦਾ ਮਨ ਸੱਚੇ ਗੁਰੂ ਦੇ ਨਾਲ ਜੁੜ ਗਿਆ, ਜਿਹਨੂੰ ਪੂਰਨ ਗੁਰੂ ਮਿਲ ਗਿਆ, ਮਹਾਰਾਜ ਕਹਿੰਦੇ ਉਹ ਫਿਰ ਬੌਰ ਇਹ ਮਾਇਆ ਦੀ ਜਿਹੜੀ ਹੈ ਉਹ ਨਾਚ ਦੇ ਵਿੱਚ, ਰਾਸ ਦੇ ਵਿੱਚ ਨੱਚਦਾ ਨਹੀਂ। ਕਹੋ ਨਾਨਕ ਸੋ ਬਹੁਰ ਨਾ ਨਾਚੇ, ਜਿਸ ਗੁਰ ਭੇਟੇ ਪੂਰਾ। ਜਿਹਨੂੰ ਪੂਰਨ ਗੁਰੂ ਮਿਲ ਗਿਆ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਹਦਾ ਜੀਵਨ ਸਫਲਾ ਹੋ ਜਾਂਦਾ ਹੈ। ਸ਼ਬਦ ਜਿਹੜਾ ਸੀ ਲੰਮੇਰਾ ਸੀ, ਬੋਲਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਸਭਨਾਂ ਦਾ ਧੰਨਵਾਦ। ਮਾਨਯੋਗ ਸਿੰਘ ਸਾਹਿਬ ਜੀ, ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਜੀ, ਉਹਨਾਂ ਦਾ ਹਾਰਦਿਕ ਤੌਰ ਤੇ ਧੰਨਵਾਦ। ਸਮੁੱਚੇ ਪ੍ਰਬੰਧ ਦਾ ਮਾਨਯੋਗ ਪ੍ਰਧਾਨ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ, ਜਿਨ੍ਹਾਂ ਨੇ ਤਰਸ ਕਰਕੇ ਆਪ ਸੰਗਤ ਦੇ ਦਰਸ਼ਨ ਕਰਾਏ। ਬੋਲਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਆਓ ਆਖਰੀ ਪੰਕਤੀਆਂ ਪੜ੍ਹ ਕਰਕੇ ਫਤਿਹ ਬੁਲਾਈਏ ਜੀ। ਏਕ ਨਚਾਵਹਿ ਏਕ ਪਵਾਵਹਿ, ਇਕ ਆਏ ਜਾਏ ਹੋਏ ਧੂਰਾ। ਕਹੋ ਨਾਨਕ ਸੋ ਬਹੁਰ ਨਾ ਨਾਚੈ, ਜਿਸ ਗੁਰ ਭੇਟੈ ਪੂਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।